ਬੱਬਾ ਬਿੰਦੇ ਬਿੰਦ ਮਿਲਾਵਾ, ਬਿੰਦੇ ਬਿੰਦਨ ਵਿਛੜਨ ਪਾਵਾ। ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹੈ। ਬਿੰਦੇ 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 ਬਿੰਦਨ ਵਿਛੜਨ ਪਾਵਾ। ਬੱਬਾ ਬਿੰਦੇ ਬਿੰਦ ਮਿਲਾਵਾ। ਜਦ ਇੱਕ ਬੂੰਦ, ਜਿਵੇਂ ਇੱਕ ਬੂੰਦ ਦੂਜੀ ਬੂੰਦ ਵਿੱਚ ਮਿਲ ਜਾਂਦੀ ਹੈ, ਫਿਰ ਉਹ ਆਪਣੇ ਆਪ ਵਿਛੜ ਨਹੀਂ ਸਕਦੀ, ਅੱਡ ਨਹੀਂ ਹੋ ਸਕਦੀ। ਬਿੰਦੇ ਬਿੰਦਨ ਵਿਛੜਨ ਪਾਵਾ। ਕੋਈ ਭਾਵੇਂ ਉਹਨੂੰ ਅੱਡ ਕਰ ਦੇਵੇ, ਆਪਣੇ ਆਪ ਨਹੀਂ ਅੱਡ ਹੋ ਸਕਦੀ। ਦੋ ਬੂੰਦਾਂ ਪਾਣੀ ਦੀਆਂ ਨੇ ਜੇ ਇਕੱਠੀਆਂ ਕਰ ਦਈਏ ਤਾਂ ਇੱਕ ਹੋ ਜਾਂਦੀਆਂ ਨੇ। ਬੂੰਦ ਤੋਂ ਬੂੰਦ ਵੱਖਰੀ ਨਹੀਂ ਹੋ ਸਕਦੀ। ਬੱਬਾ ਬਿੰਦੇ ਬਿੰਦ ਮਿਲਾਵਾ। ਬਿੰਦੇ ਬਿੰਦ ਬਿੰਦ ਹੈ, ਬਿੰਦ ਨਾ ਵਿਛੜਨ ਪਾਵਾ। ਨਹੀਂ ਵਿਛੜ ਸਕਦੀ। ਬੰਦੋ ਹੋਏ ਹਾਂ, ਬੰਦੋ ਹੋਏ ਬੰਦਗੀ ਕਹੇ। ਬੰਦਾ ਉਹਨੂੰ ਕਹਿੰਦੇ ਨੇ। ਜੇ ਬੰਦਗੀ ਕੀ ਹੁੰਦੀ? ਬੰਦਗੀ ਭਗਤੀ ਨਹੀਂ ਹੁੰਦੀ। ਬੰਦਗੀ ਮਨ ਤੇ ਉੱਤੇ ਪਾਬੰਦੀ ਲਾਉਣੀ, ਸੰਤੋਖ 'ਚ ਰਹਿਣਾ। ਸੰਤੋਖ 'ਚ ਰਹਿਣਾ ਬੰਦਗੀ ਹੈ। ਬੰਦਗੀ ਇਖਤਿਆਰ ਹੈ, ਅਖਤਿਆਰ ਕਰਨੀ ਹੈ ਬੰਦਗੀ। ਭਾਣੇ ਵਿੱਚ ਰਹਿਣਾ ਬੰਦਗੀ ਹੈ, ਹੋਰ ਬੰਦਗੀ ਕੁਛ ਨਹੀਂ ਹੈ। ਇਹਦਾ ਮਤਲਬ ਹੈ ਭਗਤੀ ਭਾਣੇ 'ਚ ਰਹਿਣ ਦਾ ਨਾਮ ਹੈ। ਮਾਲਾ ਫੇਰ ਦੀ ਭਗਤੀ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਕਰਨਾ ਭਗਤੀ ਨਹੀਂ ਹੈ। ਗੁਰਬਾਣੀ ਪੜ੍ਹਨਾ ਭਗਤੀ ਨਹੀਂ ਹੈ। ਗੁਰਬਾਣੀ ਨੂੰ ਸਮਝ ਕੇ ਲਾਗੂ ਕਰਨਾ ਆਪਣੇ ਆਪ ਤੇ ਭਗਤੀ। ਕਾਨੂੰਨ ਨੂੰ ਜਾਣ ਲੈਣਾ ਭਗਤੀ ਨਹੀਂ ਹੈ। ਸਰਕਾਰ ਦੀ ਭਗਤੀ, ਦੇਸ਼ ਭਗਤੀ, ਕਾਨੂੰਨ ਦੇ ਅਨੁਸਾਰ ਚੱਲਣਾ ਭਗਤੀ। ਬਾਣੀ ਪੜ੍ਹ ਲਈ, ਬਾਣੀ ਸਮਝ ਲਈ, ਉਹਦੇ ਅਨੁਸਾਰ ਅਸੀਂ ਚੱਲਣਾ। ਜੀਵਨ ਸਾਡਾ ਹੈ ਨਹੀਂ, ਫਿਰ ਭਗਤੀ ਕਾਹਦੀ ਆ? ਗੁਰਬਾਣੀ ਪੜ੍ਹਨੀ ਕੋਈ ਭਗਤੀ ਨਹੀਂ ਹੈ। ਭਗਤੀ ਕਰਨ ਦੀ ਤਾਂ ਵਿਧੀ ਹੈ ਬਾਣੀ। ਗੁਰਬਾਣੀ ਤਾਂ ਇਹ ਤਾਂ ਵਿਧੀ ਦੱਸਦੀ ਹੈ। ਵਿਧੀ ਨੂੰ ਅਖਤਿਆਰ ਕਰੀਦਾ ਨਾ, ਅਡਾਪਟ ਕਰਨਾ ਇਹਨੂੰ। ਵਿਧੀ ਨੂੰ ਅਡਾਪਟ ਕਰਨਾ ਭਗਤੀ ਹੈ, ਨਾ ਕਿ ਗੁਰਬਾਣੀ ਪੜ੍ਹਨਾ ਬਹਿਸ ਭਗਤੀ ਹੈ। ਗੁਰਬਾਣੀ ਨੂੰ ਸਮਝਣਾ ਵੀ ਭਗਤੀ ਨਹੀਂ ਹੈ, ਮੰਨਣਾ ਭਗਤੀ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਪੜ੍ਹੇ ਸੁਣੇ ਕਿਆ ਹੋਈ, ਜੇ ਸਹਿਜ ਨੂੰ ਮਿਲਿਆ ਸੋਈ। ਸਹਿਜ ਮਿਲਦਾ ਮੰਨੇ ਤੋਂ। ਸਹਿਜ ਦਾ ਮਤਲਬ ਹੈ ਸਹਿਜ ਮਿਲਦਾ ਭਾਣਾ ਮੰਨਣ ਤੋਂ। ਭਾਣਾ ਮੰਨ ਕੇ ਮਨ ਟਿਕਦਾ, ਵਰਨਾ ਮਨ ਨਹੀਂ ਟਿਕਦਾ। ਜਦ ਸਹਿਜ ਨੂੰ ਮਿਲਿਆ ਸੋਈ ਹੈ ਨਾ। ਪੜ੍ਹੇ ਸੁਣੇ ਕਿਆ ਹੋਈ, ਜਾਂ ਸਹਿਜ ਨੂੰ ਮਿਲਿਆ ਸੋਈ। ਸਹਿਜ ਦਾ ਮਤਲਬ ਮਨ ਤਾਂ ਤੇਰਾ ਟਿਕਿਆ ਨਹੀਂ। ਮਨ ਕਦ ਟਿਕਦਾ? ਮਨ ਟਿਕਦਾ ਭਾਣਾ ਮੰਨੇ ਤੋਂ। ਜਦ ਮਨ ਨਹੀਂ ਨਾ ਖੜਦਾ, ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਨੁਕਸਾਨ ਹੋ ਜਾਂਦਾ, ਕੋਈ ਘਰ ਦਾ ਆਇਆ ਪ੍ਰੇਮ ਜਿਹਦੇ ਨਾਲ ਹੁੰਦਾ ਬਹੁਤ ਨਜ਼ਦੀਕੀ, ਉਹ ਨਹੀਂ ਰਹਿੰਦਾ, ਵਿਛੜ ਜਾਂਦਾ, ਮਨ ਨਹੀਂ ਫਿਰ ਖੜਦਾ। ਉੱਥੇ ਕੀ ਆਉਂਦਾ? ਭਾਣਾ ਮੰਨੋ ਭਾਈ। ਹੋਰ ਕੋਈ ਉੱਥੇ ਇਲਾਜ ਨਹੀਂ ਬਗੈਰ ਭਾਣਾ ਮੰਨੇ ਤੇ। ਬਾਣੀ ਉਹਨੂੰ ਨਹੀਂ ਸੁਣਾਉਂਦੇ। ਬਾਣੀ ਸੁਣਾਉਣ ਦਾ ਉੱਥੇ ਵਿਅਰਥ ਹੈ। ਕੌਣ ਸੁਣੂਗਾ ਬਾਣੀ? ਬੰਦਾ ਉਹਦਾ ਖੜਦਾ ਨਹੀਂ, ਉਹਦਾ ਕਹਿੰਦਾ ਜੀ ਕਰਦਾ। ਉਹਨੂੰ ਫਿਰ ਉਹ ਗੱਲ ਦੱਸਦੇ ਨੇ ਜਿਹੜੀ ਸਿਰੇ ਦੀ ਹੋਵੇ। ਭਾਣਾ ਮੰਨ, ਇਹਦਾ ਮਤਲਬ ਸਿਰੇ ਦੀ ਗੱਲ ਭਾਣਾ ਮੰਨਣਾ। ਭਾਣਾ ਮੰਨਣਾ ਬੰਦਗੀ ਹੈ। ਬੰਦਗੀ ਗਹੇ ਲਫ਼ਜ਼ ਲਿਖਿਆ, ਬੰਦਗੀ ਕਰੇ ਨਹੀਂ ਲਿਖਿਆ। ਹਾਂ, ਬੰਦਗੀ ਗਹੇ ਉੱਥੇ ਅਖਤਿਆਰ ਲਿਖਿਆ। ਬੰਦੇ ਬੰਦਗੀ ਅਖਤਿਆਰ। ਸਾਹਿਬ ਰੋਜ਼ ਧਰੇ ਪਿਆਰ। ਸਾਹਿਬ ਗੁੱਸੇ ਰਹੇ ਤੇਰੇ ਨਾਲ, ਚਾਹੇ ਤੇਰੇ ਨਾਲ ਪਿਆਰ ਕਰੇ, ਪਰ ਤੂੰ ਉਹਦੇ ਭਾਣੇ ਚੱਲ। ਤੂੰ ਸਾਹਿਬ ਦੇ ਭਾਣੇ ਚੱਲ। ਉਹ ਕੀ ਉਹਦਾ ਚਾਹੇ ਗੁੱਸੇ ਹੈ ਚਾਹੇ ਨਾ ਗੁੱਸੇ, ਤੂੰ ਉਹਦੇ ਭਾਣੇ ਚੱਲ।
ਗੁਰ ਕੇ ਭਾਣੇ ਚੱਲ। ਕਹਿ ਮਨ ਮੇਰੇ ਗੁਰ ਕੇ ਭਾਣੇ ਚੱਲ। ਗੁਰ ਕੇ ਭਾਣੇ ਚੱਲਣਾ ਹੀ ਬੰਦਗੀ ਹੈ ਔਰ ਇਹੀ ਭਗਤੀ ਹੈ। ਗੁਰਬਾਣੀ ਪੜ੍ਹਨਾ ਭਗਤੀ ਨਹੀਂ, ਪੰਜ ਬਾਣੀਆਂ ਦਾ ਪਾਠ ਕਰਨਾ ਕੋਈ ਭਗਤੀ ਨਹੀਂ। ਉਹ ਤਾਂ ਭਗਤੀ ਨੂੰ ਬੁੱਝਣਾ, ਸਮਝਣਾ ਵੀ ਭਗਤੀ ਕਰਨੀ ਕੀ ਹੈ। ਪੰਜ ਬਾਣੀਆਂ ਚੋਂ ਤਾਂ ਪਤਾ ਲੱਗਣਾ ਵੀ ਕਰਨਾ ਕੀ ਹੈ। ਕਰਨਾ ਭਾਣੇ ਚੱਲਣਾ। ਗੁਰਬਾਣੀ ਨੇ ਕਿਹਾ ਜਿਉਂ ਤੂੰ ਚਲਾਏ ਤੇ ਮੈਂ ਚੱਲਾਂ ਸੁਆਮੀ, ਹੋਰ ਕਿਆ ਜਾਣੇ ਗੁਣ ਤੇਰੇ। ਜਿਉਂ ਤੂੰ ਚਲਾਏ ਤਿਵੇਂ ਚੱਲਾਂ, ਜਿੰਨਾ ਮਾਰਗ ਪਾਵੇ। ਮਾਰਗ ਵੀ ਆਪਣੀ ਮਰਜ਼ੀ ਦਾ ਨਹੀਂ, ਪਰ ਅਸੀਂ ਆਪਣੀ ਮਰਜ਼ੀ ਦੇ ਮਾਰਗ ਬਣਾਏ ਹੋਏ ਨੇ। ਮਰਜ਼ੀ ਦੇ ਮਾਰਗ ਕਿਹੜੇ ਨੇ? ਜੋ ਮਰਿਆਦਾ ਮਰਜ਼ੀ ਦਾ ਮਾਰਗ ਹੈ, ਰਹਿਤ ਮਰਜ਼ੀ ਦਾ ਮਾਰਗ ਨਹੀਂ ਹੈ, ਮਰਿਆਦਾ ਮਰਜ਼ੀ ਦਾ ਮਾਰਗ ਹੈ। ਮਰਿਆਦਾ ਜਾ ਕੇ ਮਰਜ਼ੀ ਆਪਣੀ ਆਪਣੀ ਜੀ, ਸਾਡੀ ਮਰਿਆਦਾ ਇਹ ਹੈ, ਮਰਜ਼ੀ ਹੈ। ਬੰਦਾ ਹੋਏ ਬੰਦਗੀ ਕਹੇ, ਬੰਦਾ ਹੀ ਤਾਂ ਹੈ ਜੇ ਬੰਦਗੀ ਕਹੇ। ਜੇ ਬੰਦੇ ਉੱਤੇ ਪਾਬੰਦੀ ਨਹੀਂ ਲਾਉਂਦਾ, ਜੇ ਸੰਤੋਖ 'ਚ ਨਹੀਂ ਰਹਿੰਦਾ, ਉਹ ਬੰਦਾ ਹੀ ਨਹੀਂ, ਪਸ਼ੂ ਹੈ ਉਹ। ਫਿਰ ਪਸ਼ੂ ਹੈ। ਬੰਦਾ ਆਦਮੀ ਨੂੰ ਕਹਿੰਦੇ ਨੇ, ਫਿਰ ਆਦਮੀ ਹੁੰਦਾ ਹੋਇਆ ਵੀ ਪਸ਼ੂ ਹੈ। ਪਕੜੇ ਪਕੜੇ ਜੋ ਦੱਸੀਏ ਗੱਲ ਉਹਨੂੰ ਪਕੜੇ, ਉਹਨੂੰ ਮੰਨੇ, ਦ੍ਰਿੜ ਕਰੇ, ਦ੍ਰਿੜ ਕਰਕੇ ਮੰਨੇ, ਮਜ਼ਬੂਤੀ ਨਾਲ ਪਕੜ ਕੇ ਰੱਖੇ, ਮਨ ਨੂੰ ਬਣਾਵੇ ਮਜ਼ਬੂਤੀ ਨਾਲ। ਜੇ ਬੰਦਗੀ ਗਏ ਫੇਰ ਕੀ ਹੁੰਦਾ? ਬੰਦਕ ਹੋਏ ਬੰਦ ਸੁਧ ਲਹੈ। ਬੰਦਕ ਹੋਏ, ਆਪਣੇ ਆਪ ਨੂੰ ਬੰਦਕ ਬਣਾ ਕੇ ਰੱਖੇ। ਬੰਦਕ, ਬੰਦਕ ਹੁੰਦਾ ਕੈਦੀ, ਕੈਦੀ ਸਮਝ ਕੇ ਰਹੇ। ਘੋੜਾ ਜੁੜਿਆ ਹੋਇਆ ਤਾਂਗੇ ਨੂੰ ਕੈਦੀ ਹੁੰਦਾ, ਹਿੱਲ ਕੇ ਦਿਖਾਵੇ ਇੱਧਰ ਇੱਧਰ, ਐ ਰਹੇ ਜਿਵੇਂ ਘੋੜਾ ਜੁੜਿਆ ਹੁੰਦਾ ਤਾਂਗੇ 'ਚ, ਨਿਕਲੇ ਕਿੱਧਰੋਂ ਨਿਕਲਦਾ। ਬੰਦਕ ਬਣ ਜਵੇ। ਬੰਦਕ ਹੋਏ ਤੇ ਬਿਨਾਂ ਹੁਕਮ ਦੇ ਵਿੱਚ ਚੱਲੇ ਨਹੀਂ ਸਕਦਾ। ਇਹ ਮੰਨ ਕੇ ਚੱਲੇ ਵੀ ਮੈਂ ਕੁਝ ਕਰ ਨਹੀਂ ਸਕਦਾ। ਘੋੜੇ ਨੂੰ ਪਤਾ ਹੁੰਦਾ ਮੈਂ ਨਹੀਂ ਹੁਣ ਕੁਝ ਕਰ ਸਕਦਾ, ਮੇਰੇ ਕੀਤਿਆਂ ਕੁਝ ਨਹੀਂ ਹੋਣਾ, ਹੁਣ ਚੱਲਣਾ ਹੀ ਪੈਣਾ ਸਿੱਧੇ ਹੋ ਕੇ, ਤਾਂ ਚੱਲਦਾ। ਪਹਿਲਾਂ ਬਥੇਰਾ ਕਰਦਾ, ਜਾਣ ਹੁੰਦਾ ਨਾ ਤਾਂ ਕਿ ਫਸਾਉਂਦੇ ਨੇ, ਪਹਿਲਾਂ ਤਾਂ ਆਉਂਦਾ ਹੀ ਨਹੀਂ। ਜੇ ਆਉਂਦਾ ਫਿਰ ਬਥੇਰੇ ਹੋਰ ਹੀਲੇ ਕਰਦਾ, ਫਿਰ ਆਖਰ ਪਤਾ ਲੱਗ ਜਾਂਦਾ, ਫਿਰ ਚੱਲ ਪੈਂਦਾ, ਚੱਲਣ ਲੱਗ ਜਾਂਦਾ। ਇਹ ਮੈਂ ਬੰਦ ਕਰਦਾ। ਬੰਦਕ ਹੋਏ ਬੰਦ ਸੁਧ ਲਹੈ। ਬੰਦ ਸੁਧ ਲਹੇ, ਬੰਦ ਸੁਧ ਲਹੇ। ਜਿਹੜੇ ਬੰਧਨ ਨੇ ਨਾ ਪਏ ਹੋਏ ਮਾਇਆ ਦੇ, ਫਿਰ ਉਹਨਾਂ ਵੱਲ ਝਾਕਦਾ ਵੀ, ਫਿਰ ਬੰਧਨ ਕੱਟਣ ਲੱਗਦਾ ਆਪਣੇ। ਬੰਦ ਨੂੰ ਬਹੁਵਚਨ ਹੈ। ਹੁਣ ਇਹਨੂੰ ਬੰਨਣਾ ਦਾ ਨਹੀਂ ਪਤਾ ਆਪਣੇ ਦਾ, ਮੈਂ ਬੰਨਣਾ ਦੇ ਵਿੱਚ ਹੁਕਮ ਦੇ ਬੰਨਣ ਚ ਆ ਕੇ ਮਾਇਆ ਦੇ ਬੰਧਨ ਕੱਟੇ। ਜਿੰਨਾ ਚਿਰ ਹੁਕਮ ਦੇ ਬੰਨਣ ਚ ਨਹੀਂ ਆਉਂਦਾ, ਮਾਇਆ ਦੇ ਬੰਧਨਾਂ ਦੇ ਵੱਲ ਧਿਆਨ ਨਹੀਂ ਜਾਂਦਾ। ਮਾਇਆ ਦੇ ਬੰਧਨਾਂ ਦੇ ਵਿੱਚ, ਮਾਇਆ ਦੇ ਬੰਧਨ ਨੇ ਜਿਹੜੇ, ਉਹਨਾਂ ਨੂੰ ਮਜ਼ਬੂਤ ਕਰੀ ਜਾਂਦਾ ਸਗੋਂ, ਕਿਉਂ ਹੁਕਮ ਦੇ ਵਿੱਚ ਨਹੀਂ ਨਾ ਹੈ। ਕਿਉਂ ਮਨ ਨਹੀਂ ਹੁਕਮ ਨੂੰ ਮੰਨਦਾ? ਕੋਈ ਬੰਧਨ ਹੋਰ ਪਿਆ ਹੋਇਆ ਤਾਂ ਨਹੀਂ ਮੰਨਦਾ। ਇਹਦਾ ਤਾਂ ਹੁਕਮ ਨਾਲ ਜੋੜਿਆ ਹੋਇਆ ਉਹਨੂੰ, ਉਧਰ ਕਿਤੇ ਪਹਿਲਾਂ ਜੁੜਿਆ ਹੋਇਆ। ਦੋਹਾਂ ਦੇ ਵਿੱਚ ਦੋਹਾਂ ਦਾ ਖਿੱਚ ਪੈਂਦੀ ਹੈ। ਉਧਰ ਤਾਂ ਮਨ ਲੋਭ ਚਾਹੁੰਦਾ ਹੈ, ਇੱਧਰ ਸੰਤੋਖ ਚਾਹੁੰਦਾ। ਜਦ ਸੰਤੋਖ ਵਾਲਾ ਬੰਨਣ ਪੈਂਦਾ, ਫਿਰ ਲੋਭ ਵਾਲਾ ਬੰਨਣ ਟੁੱਟਦਾ। ਇੱਕ ਟੁੱਟੂ ਦੋਹਾਂ 'ਚੋਂ ਕੋਈ ਤੋੜ ਲਵੇ, ਚਾਹੇ ਤਾਂ ਸੰਤੋਖ ਵਾਲਾ ਤੋੜ ਲੈ, ਚਾਹੇ ਲੋਭ ਵਾਲਾ ਤੋੜ ਲੈ। ਫਿਰ ਲੋਭ ਵਾਲੇ ਨੂੰ ਢਿੱਲਾ ਕਰਨਾ ਪੈਣਾ। ਜੇ ਤਾਂ ਚੱਲਣਾ ਭਾਣੇ 'ਚ, ਫਿਰ ਤਾਂ ਕਹਿੰਦਾ ਵੀ ਲੋਭ ਵਾਲਾ ਬੰਧਨ ਕੱਟੋ, ਬਈ ਇਹ ਨਹੀਂ ਚੱਲਣ ਦਿੰਦਾ। ਕਿਹੜਾ ਔਗਣ ਹੈ ਜਿਹੜਾ ਤੁਹਾਨੂੰ ਬੰਨਣ ਹੁਕਮ ਦੇ ਵਿੱਚ ਨਹੀਂ ਰਹਿਣ ਦਿੰਦਾ? ਧਿਆਨ ਫੇਰ ਜਾਊ ਤੁਹਾਡਾ ਔਗਣਾਂ 'ਚ, ਵਰਨਾ ਔਗਣਾਂ ਧਿਆਨ ਹੀ ਨਹੀਂ ਜਾਣਾ। ਬੰਦਕ ਹੋਏ ਬੰਦ ਸੁਧ ਲਹੈ, ਬੰਦ ਸੁਧ ਲਹੈ, ਤਾਂ ਧਿਆਨ ਜਾਊਗਾ, ਵਰਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਮੇਰੇ ਚੌਗਣ ਕਿੱਥੇ ਹੈ। ਬਹੁਤ ਘੁਮਾ ਕੇ ਗੱਲ ਕਹੀ ਹੋਈ ਹੈ। ਬੰਦ ਸੁਧ ਲੈ, ਕਿਹਦੇ ਬੰਦਾਂ ਦੀ ਸੁਧ? ਆਪਣੇ ਆਪਣੇ ਜਿਹੜੇ ਬੰਧਨ ਪਾਏ ਹੋਏ ਨੇ।
ਝੂਠੀ ਮਾਇਆ ਆਪ ਵਧਾਇਆ। ਝੂਠੀ ਮਾਇਆ ਨੇ ਆਪਣੇ ਆਪ ਨੂੰ ਆਪ ਵਧਾਇਆ ਹੋਇਆ। ਪਤਾ ਹੀ ਨਹੀਂ ਲੱਗਿਆ ਕਦ ਬੰਨਿਆ ਗਿਆ ਮਾਇਆ ਨਾਲ। ਬੰਨਦਾ ਰਿਹਾ ਪਤਾ ਨਹੀਂ ਲੱਗਿਆ। ਜਿਹੜਾ ਵਿਆਦ ਸੀ ਨਾ, ਵਿਆਦ ਆਦ ਵਿਆਦ ਕੇ ਬੰਧਨ ਜੇ ਤੱਕ ਨਾਮ ਕੇ ਲੈ ਤਾਂ ਸਭੈ ਛੁੱਟ ਜਾਈ। ਜੇ ਗਿਆਨ ਹੋਇਆ ਫਿਰ ਛੁੱਟੇ, ਜੇ ਹੁਕਮ ਚੱਲਿਆ ਫਿਰ ਛੁੱਟੇ। ਦਸਵੀਂ ਦੀ ਬਾਣੀ ਹੈ, ਬਿਲਗੀ ਨਾ ਆਗੇ ਪੰਗਤੀ। ਆਦ ਵਿਆਦ ਕੇ ਬੰਧਨ ਜੇ ਤੱਕ ਨਾਮ ਕੇ ਲੈ ਤਾਂ ਸਭੈ ਛੁੱਟ ਜਾਈ। ਨਾਮ ਕੇ ਲੈ ਤਾਂ ਨਾਮ ਉਚਾਰਨ ਕਰਕੇ ਨਹੀਂ ਛੁੱਟਦੇ, ਨਾਮ ਪ੍ਰਾਪਤ ਕਰਕੇ ਛੁੱਟਦੇ ਨੇ। ਜਾਂ ਨਾਮ ਮਿਲ ਜਾਂਦਾ ਹੈ, ਜਾਂ ਨਾਨਕ ਅੰਮ੍ਰਿਤ ਪ੍ਰਭ ਦਾ ਨਾਮ ਹੈ, ਦੇਹੀ ਮੇਂ ਇਸਕਾ ਵਿਸਰਾਮ ਹੈ, ਅੰਦਰੋਂ ਮਿਲ ਜਾਂਦਾ ਹੈ। ਜਿਹੜਾ ਦੱਬਿਆ ਹੋਇਆ ਖਜ਼ਾਨਾ ਜਦ ਮਿਲ ਜਾਂਦਾ ਹੈ ਫਿਰ ਜਾ ਕੇ ਛੁੱਟਦੇ ਨੇ ਆਦ ਵਿਆਦ ਦੇ ਬੰਧਨ। ਪਾਣਾ ਬੰਨੇ ਤੋਂ ਬਿਨਾਂ ਆਦ ਵਿਆਦ ਦੇ ਬੰਧਨ ਛੁੱਟਦੇ ਹੀ ਨਹੀਂ। ਔਰ ਨਾਮ ਲਏ ਤੋਂ ਬਿਨਾਂ ਪਾਣਾ ਮੰਨਿਆ ਹੀ ਨਹੀਂ ਜਾ ਸਕਦਾ। ਗੁਰਬਾਣੀ ਦਾ ਗਿਆਨ ਪੂਰਾ ਸਮਝੇ ਤੇ ਬਿਨਾਂ ਪਾਣਾ ਮੰਨਿਆ ਨਹੀਂ ਜਾ ਸਕਦਾ। ਪਾਣਾ ਮੰਨੇ ਤੋਂ ਬਿਨਾਂ ਬੰਧਨਾਂ ਦਾ ਪਤਾ ਹੀ ਨਹੀਂ ਲੱਗਦਾ। ਫਿਰ ਛੁੱਟਣਗੇ। ਨਾਮ ਕੇ ਲੈ ਤੇ ਸਭੈ ਛੁੱਟ ਜਾਈ। ਛੁੱਟ ਜਾਈ। ਭੱਬਾ ਭੇਦਾ ਭੇਦ ਮਿਲਾਵਾ। ਪੱਬਾ ਭੇਦਾ ਭੇਦ, ਜਿਹੜਾ ਇਹਨੂੰ ਭਰਮ ਹੈ ਇਹਦੇ ਕਰਕੇ ਭੇਦ ਹੈ। ਅਸਲ 'ਚ ਭਰਮ ਹੀ ਭੇਦ ਹੈ। ਜਿਹੜੀ ਪਾਰਟੀਸ਼ਨ ਕਰਦੇ ਆ ਨਾ ਆਪਾਂ, ਪਾਰਟੀਸ਼ਨ ਕਰਤੀ ਨਾ ਵਿਚਾਲੇ ਪਰਦਾ ਲਾਤਾ, ਉਹਨੇ ਇੱਕ ਦੇ ਦੋ ਕਰਤੇ। ਭੇਦ ਹੋ ਗਿਆ ਨਾ ਦੋਹਾਂ ਦੇ ਵਿੱਚ, ਫਰਕ ਪੈ ਗਿਆ। ਭੇਦ ਦਾ ਮਤਲਬ ਫਰਕ ਹੁੰਦਾ। ਫਰਕ ਕੀ ਪਾਉਂਦਾ? ਅਸਲ 'ਚ ਭੇਦ ਦਾ ਮਤਲਬ ਫਰਕ ਹੈ। ਫਰਕ ਕਾਹਦਾ? ਭਰਮ ਦਾ ਫਰਕ ਹੈ। ਜਿਹੜਾ ਦੂਏ ਨੂੰ ਦੂਆ ਆਪਣੀ ਗੱਲ ਨਹੀਂ ਦੱਸਦਾ, ਦੂਆ ਆਪਣੀ ਨਹੀਂ ਦੱਸਦਾ, ਭੇਦ ਦਾ ਦੋਹਾਂ ਦੇ ਵਿੱਚ ਫਰਕ ਹੈ। ਫਰਕ ਉੱਥੇ ਹੀ ਪੈਣਾ ਜਿੱਥੇ ਕੋਈ ਪਰਦਾ ਰੱਖਿਆ ਹੈ, ਫਰਕ ਉੱਥੇ ਹੀ ਹੈ ਨਾ। ਬੱਚਿਓ ਪਰਦਾ ਚੱਕ ਦੇਵੇ ਨਾ, ਬਹੁਤ ਕੁਝ ਸਾਡਾ ਲੁਕੋਇਆ ਹੋਇਆ। ਬਹੁਤ ਕੁਝ ਲੁਕੋ ਕੇ ਵੀ ਸਾਡਾ ਪਾਪ ਦਾ ਕਿਸੇ ਨੂੰ ਪਤਾ ਨਹੀਂ। ਇਹ ਸਮਝਦੇ ਹਾਂ ਅਸੀਂ, ਸਾਡੀਆਂ ਕਮਜ਼ੋਰੀਆਂ ਦਾ ਕਿਸੇ ਨੂੰ ਪਤਾ ਨਹੀਂ, ਪਰ ਉਹ ਜਾਣਦਾ ਹੈ, ਉਹਨੂੰ ਪਤਾ ਹੈ ਕਿਸੇ। ਤੇ ਉਹ ਪਤੇ ਨੂੰ ਜਿੱਦਣ ਇਹ ਸਮਝ ਆ ਜਾਂਦੀ ਹੈ, ਪਤਾ ਹੈ, ਫਿਰ ਉਹਦੇ ਮੂਹਰੇ ਐਡਮਿਟ ਕਰ ਲੈਣੀ ਠੀਕ ਹੈ। ਈਸਾਈ ਔਰ ਇਸਲਾਮ ਮਤ ਇਹ ਕਹਿੰਦਾ ਵੀ ਜਦੋਂ ਤੁਹਾਡੇ ਕੋਈ ਵੀ ਭੇਦ ਤੁਹਾਡਾ ਰੱਖਿਆ ਹੋਇਆ, ਜਿਹਦੇ ਪ੍ਰਤੀ ਤੁਹਾਡੇ ਅੰਦਰ ਕੋਈ ਪਾਪ ਸੀ ਜਾਂ ਕੋਈ ਗੁਨਾਹ ਕੀਤਾ ਹੈ, ਉਹ ਤੁਸੀਂ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਮੰਨ ਲਓ, ਐਡਮਿਟ ਕਰ ਲਓ, ਉਹ ਮਾਫ ਹੋ ਜਾਵੇ। ਪਰ ਉਹ ਏਦਾਂ ਹੀ ਕਰਦੇ ਨੇ। ਕਹਿੰਦੇ ਤੇਰੀ ਆਤਮਾ ਨੂੰ ਸ਼ਾਂਤੀ ਤਾਂ ਆਊਗੀ ਤੂੰ ਉਹ ਮੰਨ ਲੈ ਵੀ ਆਹ ਭਾਈ ਮੈਂ ਤੇਰਾ ਗਲਤ ਸੋਚਦਾ ਰਿਹਾ, ਤੂੰ ਮੈਨੂੰ ਮਾਫ ਕਰ ਦੇ। ਇਹ ਮੰਨਣਾ ਬੜਾ ਔਖਾ, ਬਹੁਤ ਔਖਾ ਹੈ ਮੰਨਣਾ। ਕਹਿ ਦੇਣਾ ਸੌਖਾ ਹੈ। ਜਿੰਨਾ ਚਿਰ ਭੇਦ ਚੱਕ ਨਹੀਂ ਦਿੰਦਾ ਨਾ ਪੜਦਾ ਸੱਚ ਨਾਲੋਂ ਜਿਹੜਾ ਰੱਖਿਆ ਹੋਇਆ ਹੈ, ਉਹਨਾਂ ਚਿਰ ਮਿਲਾਵਾ ਨਹੀਂ ਹੁੰਦਾ। ਭੇਦ ਨੂੰ ਚਾਕ ਕਰ ਦੇਵੇ, ਪੜਦਾ ਚਾਕ ਕਰ ਦੇਵੇ, ਫੜ ਦੇਵੇ। ਭਰਮ ਦਾ ਪੜਦਾ ਜਿਹੜਾ ਹੈ, ਮੇਰੀ ਮੱਤ ਥੋੜੀ ਹੈ, ਨਹੀਂ ਮੰਨਦਾ ਕੋਈ ਵੀ। ਜਦੋਂ ਮੇਰੀ ਮੱਤ ਥੋੜੀ, ਰਾਮ ਕਹਿੰਦਾ ਪੜਦਾ ਚੱਕਤਾ। ਜਦੋਂ ਕਹਿੰਦਾ ਮੈਂ ਹਮ ਨਿਰਗੁਣੇ ਆ ਰਹੇ ਕੋ ਗੁਣ ਨਹੀਂ, ਪੜਦਾ ਚੱਕਤਾ। ਜਦੋਂ ਕਹਿੰਦਾ ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਪੜਦਾ ਚੱਕਤਾ। ਹਮ ਗਰੀਬ ਮਸਕੀਨ ਤੇਰੇ, ਹਰ ਰਾਖ ਰਾਖ ਬੜ ਵੱਡਾ, ਪੜਦਾ ਚੱਕਤਾ। ਇਹ ਪੜਦੇ ਹੀ ਚੱਕੇ ਹੋਏ ਨੇ ਇੱਥੇ। ਜਿੰਨਾ ਚਿਰ ਇਹ ਨਹੀਂ ਮੰਨਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਤਾਂ ਸਤਿਗੁਰ ਦਾ ਦੱਸਦਾ ਹੀ ਆ, ਖੋਲੇ ਤਾਂ ਆਪ ਬਾਣੀ ਦਾ ਅਸੀਂ ਪੜ੍ਹਦੇ ਹਾਂ, ਖੋਲੇ ਨੇ। ਸਤਿਗੁਰ ਤਾਂ ਖੋਲਦਾ ਹੈ, ਪਰ ਇਹ ਮੰਨਦਾ ਨਹੀਂ ਨਾ। ਸਤਿਗੁਰ ਤਾਂ ਖੋਲਦਾ ਹੈ। ਸਤਿਗੁਰ ਦੇ ਖੋਲੇ ਉਹਨਾਂ ਨੇ ਜਿਹਨੇ ਸਤਿਗੁਰ ਦੀ ਗੱਲ ਮੰਨ ਲਈ। ਫਿਰ ਉਹ ਕਹਿੰਦੇ ਮੈਂ ਨਹੀਂ ਖੋਲੇ, ਸਤਿਗੁਰ ਨੇ ਖੋਲੇ ਨੇ।
ਮੈਂ ਖੋਲੇ ਨੇ ਫਿਰ ਓਂਕਾਰ ਆਉਂਦਾ। ਮਨ ਮੇਰੇ ਕੋਕੇ ਭਾਵੇਂ ਹਾਂ ਅੰਬੋ ਭਾਨ ਭਰੋਸੋ ਆਵਾ, ਫੇਰ ਭਰੋਸਾ ਆਉਂਦਾ, ਆ ਖੋਲੇ ਆਪੇ ਨੇ ਭਾਨ ਭਰੋਸੋ ਆਵਾ। ਫੇਰ ਪਤਾ ਲੱਗਦਾ ਸੂਰਜ ਕੀ ਹੈ। ਪਹਿਲਾਂ ਤਾਂ ਇਹ ਸੂਰਜ ਨੂੰ ਸੂਰਜ ਸਮਝਦਾ, ਪਹਿਲਾਂ ਤਾਂ ਬਾਹਰਲੇ ਸੂਰਜ ਨੂੰ ਭਾਨ ਸਮਝਦਾ। ਸੂਰਜ ਦਾ ਥੱਲੇ ਸੂਰਜ ਤੇ ਸੂਰਜ ਗੁਰੂ ਨੂੰ ਕਹਿੰਦੇ ਨੇ। ਗੁਰੂ ਸੂਰਜ ਦਾ ਪ੍ਰਤੀਕ ਹੈ। ਜਦ ਸੂਰਜ ਚੜ੍ਹਦਾ ਹਨੇਰਾ ਨਹੀਂ ਰਹਿੰਦਾ। ਇਵੇਂ ਜਦੋਂ ਸ਼ਬਦ ਗੁਰੂ ਪ੍ਰਗਟ ਹੁੰਦਾ ਨਾ, ਹਨੇਰਾ ਨਹੀਂ ਰਹਿੰਦਾ। ਫਿਰ ਭਰੋਸਾ ਹੁੰਦਾ ਹੈ ਵੀ ਸ਼ਬਦ ਗੁਰੂ ਹੁੰਦਾ ਹੈ। ਕਿਹੜਾ ਸ਼ਬਦ ਗੁਰੂ ਹੈ? ਸ਼ਬਦ ਗੁਰੂ ਪੜ੍ਹਦੇ ਤੇ ਪਰਲੇ ਪਾਸੇ ਹੀ ਹੈਗਾ। ਹੁਣ ਵੀ ਬੋਲਦਾ, ਹੁਣ ਵੀ ਹੈ, ਪਰ ਪੜ੍ਹਦਾ ਵਿਚਾਲੇ। ਫਿਰ ਪੜ੍ਹਦਾ ਚੱਕਿਆ ਜਾਂਦਾ, ਪੜ੍ਹਦਾ ਚੱਕਿਆ ਜਾਂਦਾ। ਤਿੰਨ ਲੋਕ ਦੀ ਸੋਝੀ ਫੇਰ ਆਉਂਦੀ ਹੈ। ਫੇਰ ਪਤਾ ਲੱਗਦਾ ਅਸਲ ਦੇ ਵਿੱਚ ਤਾਂ ਫੇਰ ਪਤਾ ਲੱਗਦਾ ਵੀ ਸਭ ਕੁਝ ਭਾਣੇ ਦੇ ਵਿੱਚ ਹੈ। ਪਹਿਲਾਂ ਮੰਨਣਾ ਵੀ ਭਾਣੇ ਦੇ ਵਿੱਚ ਹੈ। ਫਿਰ ਆ ਜਿਹੜੀ ਗੱਲ ਸਾਰੀ ਕਹੀ ਹੋਈ ਹੈ, ਫਿਰ ਇਹ ਤੇ ਭਰੋਸਾ ਆ ਜਾਂਦਾ ਵੀ ਹਾਂ ਜੋ ਕਿਹਾ ਸੀ, ਜੈਸਾ ਸਤਿਗੁਰੂ ਸੁਣੀ ਦਾ ਪੈਸੋ ਹੀ ਮੈਂ ਡੀਠ। ਉਹ ਪੜਦਾ ਚੱਕਿਆ ਗਿਆ ਤਾਂ ਹੀ ਦੇਖਿਆ। ਢੀਠ ਕਦ ਢੀਠ, ਹੁਣ ਢੀਠ ਪੜਦਾ ਚੱਕੇ ਤੇ ਹੀ ਪਤਾ ਲੱਗੂ। ਖੜਕਾ ਬਿੜਕ ਸੁਣਦੀ ਤੀ ਪਾਲੇ ਪਾਸੇ ਵੀ ਕੁਛ ਸੀਰ ਬਦਲਦਾ। ਹੁਣ ਕੁਛ ਖੜਕਾ ਜਾਂ ਤਾਂ ਹੁੰਦਾ ਅੰਦਰ। ਖੁਰਾਸਾਨ ਜਦ ਕਰਿਆ ਖਸਮਾਨਾ, ਉਹ ਬਿੜਕੇ ਸੀਗੀ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾਲ ਲਈ ਕਰਤਾ ਜਮ ਕਰ ਮੁਗਲ ਚੜਾਇਆ। ਮੂੰਹ ਗੱਲ ਚੜਾਇਆ ਮੇਰੇ ਗੱਲ। ਉਹ ਪੜਦੇ ਤੇ ਪਿੱਛੇ ਬੋਲਦਾ ਲੋਕਾਂ ਵਾਸਤੇ, ਮੈਂ ਮੂਹਰੇ ਬੋਲਦਾ ਸਟੇਜ ਤੇ। ਸਟੇਜ ਤੇ ਮੈਨੂੰ ਕਢਾਇਆ, ਉਹ ਪੜਦੇ ਤੇ ਪਿੱਛੋਂ ਬੋਲਦਾ। ਪਰ ਮੇਰੇ ਯਾਰ ਉਹਦੇ ਵਿਚਾਲੇ ਪੜਦਾ ਨਹੀਂ ਹੈ। ਪਬਲਿਕ ਦੇ ਯਾਰ ਉਹਦੇ ਵਿਚਾਲੇ ਪੜਦਾ। ਪਬਲਿਕ ਨੂੰ ਮੈਂ ਦੀਨਾ, ਮੇਰੇ ਅੰਦਰ ਉਹ ਨਹੀਂ ਦੀਦਾ। ਪਬਲਿਕ ਨੂੰ ਮੈਂ ਦਾ ਦੀਨਾ, ਮੇਰੇ ਅੰਦਰ ਵਾਲਾ ਨਹੀਂ ਦੀਦਾ। ਪਬਲਿਕ ਭਾਵੇਂ ਮੈਂ ਬੋਲਦਾ, ਪਰ ਮੈਂ ਬੁਲਾਇਆ ਬੋਲਦਾ। ਪਬਲਿਕ ਦੀ ਇਹ ਗੱਲ ਬਣਦੀ। ਪਬਲਿਕ ਕਹਿੰਦੇ ਨਾਨਕ ਬੋਲਦਾ, ਇਹਦਾ ਮੂੰਹ ਬੰਦ ਕਰੋ। ਪਬਲਿਕ ਕਹਿੰਦੀ ਹੈ ਇਹ ਅਰਜਨ ਗੁਰੂ ਬੋਲਦਾ, ਇਹਨੂੰ ਤੱਤੀ ਤਵੀ ਤੇ ਬਿਠਾ ਲਓ। ਫਿਰ ਦੇਖਦੇ ਬੋਲਦਾ। ਉਹ ਤਾਂ ਬੁਲਾਇਆ ਬੋਲਦਾ। ਤਾਂ ਹੀ ਕਬੀਰ ਕਹਿੰਦੇ ਨੇ ਪੂਰੀ ਪਰੀ ਬੁਲਾਏ। ਬੁਲਾਏ ਬੁਲਾਉਣ ਵਾਲੀ ਨੂੰ ਕਹਿੰਦੇ ਨੇ। ਤੁਰਕੀ ਬਾਣੀ ਬੁਲਾਏ ਹੈ, ਪੂਰੀ ਪੂਰੀ ਵੀ ਹੈ। ਪੂਰੀ ਪਰੀ ਬੁਲਾਏ। ਬੁਲਾ ਨਹੀਂ ਗਲ ਭਾਈ, ਬੁਲਾ ਦਾ ਭੈੜੀ ਚੀਜ਼ ਨੂੰ ਕਹਿੰਦੇ ਨੇ। ਆਪਾਂ ਕਹਿੰਦੇ ਬੁਲਾ ਗਲ ਪੈ ਗਈ। ਕਹਿੰਦਾ ਪੂਰੀ ਪਰੀ ਬੁਲਾਏ। ਬਲਾਵਲ ਰਾਗ ਵੀ ਐਸੇ ਨੂੰ ਹੈ। ਹਾਂ ਬਲਾਵਲ ਤਾਂ ਹੈ ਜੇ ਬੁਲਾਉਂਦਾ ਆਪ। ਕਰਨਾਦ ਬਲਾਵਲ ਰਾਗ। ਬਲਾਵਲ ਰਾਗ ਤਾਂ ਰੱਖਿਆ, ਬੁਲਾਉਂਦਾ ਉਹ। ਕਹਿੰਦੇ ਬੋਲ ਕਰਨਾਦ ਬਲਾਵਲ ਰਾਗ। ਇਹ ਰਾਗਾਂ ਦੇ ਪਿੱਛੇ ਵੀ ਬਹੁਤ ਕੁਛ ਹੈ। ਕਿਉਂ ਬਲਾਵਲ ਰਾਗ ਹੈ, ਕਦ ਬਲਾਵਲ ਰਾਗ ਹੈ? ਬਲਾਵਲ ਰਾਗ ਜ਼ਿਆਦਾ ਅੰਦਰ ਸ਼ਬਦ ਪ੍ਰਗਟ ਹੁੰਦਾ। ਉਹ ਤੋਂ ਪਹਿਲਾਂ ਨਹੀਂ ਬਲਾਵਲ ਰਾਗ। ਉਹ ਤਾਂ ਪਹਿਲੇ ਸ਼ੁਰੂ ਚ ਕਹਿ ਕੇ ਚੱਲੇ ਨੇ ਬਲਾਵਲ ਨੂੰ। ਬਲਾਵਲ ਹੁੰਦਾ ਕੀ ਹੈ? ਜੋ ਬਾਹਰ ਸੋ ਭੀਤਰ ਜਾਣਿਆ, ਜੋ ਬਾਹਰ ਸੋ ਭੀਤਰ ਜਾਣਿਆ। ਜਿਹੜਾ ਬੋਲਦਾ ਸੀ ਨਾ ਆਹ ਪਹਿਲਾਂ, ਜਿਹੜੀ ਜੋਤ ਸੀ ਮਨ ਪਹਿਲਾਂ ਖੋਜਿਆ ਨਾ। ਪਹਿਲਾਂ ਮਨੇ ਖੋਜ। ਹੁਣ ਇਸ ਮਨ ਕੋ ਕੋਈ ਖੋਜੋ ਭਾਈ। ਇਹ ਤਨ ਵਿੱਚੋਂ ਮਨ ਖੋਜਣਾ। ਤਨ ਵਿੱਚੋਂ ਤਾਂ ਮਨ ਖੋਜਿਆ ਪਹਿਲਾਂ। ਮਨ ਦੇ ਅੰਦਰੋਂ ਉਹ ਖੋਜਿਆ। ਜਲ ਵਿੱਚੋਂ ਮੱਛੀ ਫੜੀ ਹੈ, ਸਮੁੰਦਰ ਚੋਂ। ਸਮੁੰਦਰ ਕੀ ਆ? ਸਮੁੰਦਰ ਹੈ। ਲੰਕਾ ਸਕੋਟ ਸਮੁੰਦਰ ਸਿਖਾਈ। ਸਮੁੰਦਰ ਸਿਖਾਈ ਸਰੀਰ ਹੈ। ਕੋਟ ਹਿਰਦਾ। ਲੰਕਾ ਦਾ ਕੋਟ ਸਮੁੰਦਰ ਸਿਖਾਈ। ਤੇ ਰਾਵਣ ਕਰ। ਰਾਵਣ ਕੌਣ ਹੈ? ਰਾਵਣ ਮਨ। ਖਬਰ ਨਾ ਪਾਈ, ਉਹਨੂੰ ਕੋਈ ਪਤਾ ਨਹੀਂ ਹੈ। ਰਾਵਣ ਨੂੰ ਕੋਈ ਪਤਾ ਨਹੀਂ ਹੈ। ਲੰਕਾ ਦੇ ਵਿੱਚ ਰਾਵਣ ਨੂੰ ਕੋਈ ਪਤਾ ਨਹੀਂ ਆ ਅਗਲੇ ਪੈਰ ਮੇਰਾ ਕਿੱਥੇ ਪੈ ਜਾਣ।
ਇਹਨੂੰ ਗਿਆਨ ਨਹੀਂ ਹੈ ਨਾ ਇਹਨੂੰ ਦਿੱਤੀ, ਇਹਨੂੰ ਆਪਣਾ ਭੇਦ ਨਹੀਂ ਦਿੱਤਾ ਉਹਨੇ, ਮੈਂ ਕੀ ਕਰਦਾ ਕੀ ਨਹੀਂ ਕਰਦਾ। ਬਸ ਅੰਦਾਜ਼ੇ ਦੇ ਤੀਰ ਚਲਾਉਂਦਾ ਹੈ, ਰਾਮ ਦਾ ਭੇਦ ਨਹੀਂ ਇਹਨੂੰ ਹੈ। ਉਸ ਰਾਵਣ ਦਾ ਨਹੀਂ ਸੀ ਇਹਨਾਂ ਕੁਛ, ਇਸ ਰਾਵਣ ਦਾ ਇਹਨਾਂ ਕੁਛ 1 ਲੱਖ ਪੂਤ 1.25 ਲੱਖ ਨਾਤੀ ਇਹਦਾ ਹੀ ਹੈ। ਉਹਦਾ ਕਿੱਥੇ 1 ਲੱਖ ਪੂਤ 1.25 ਲੱਖ ਨਾਤੀ ਸੀ। ਇਹਦੇ ਪੂਤ ਕੀ ਨੇ? ਔਗਣ ਜਿਹੜੇ ਨੇ ਇੱਥੇ ਆ ਕੇ ਵਧਾਏ ਨੇ ਸਭ ਇਹਦੇ ਪੂਤ ਨੇ। ਵਕਾਰ ਜਿਹੜੇ ਔਗਣਾਂ ਤੋਂ ਪੈਦਾ ਹੋਏ ਨੇ, ਫਿਰ ਬਿਮਾਰੀਆਂ ਰਾਤੀ ਨੇ ਕਹਾ ਰਿਸ਼ਤੇਦਾਰ ਨੇ। ਤੇ ਸਰਾਵਣ ਕਰ ਦੀਆ ਨਾ ਬਾਤੀ, ਅੰਦਰ ਹਨੇਰਾ ਹੀ ਹੈ, ਦੀਆ ਬਾਤੀ ਹੈ ਨਹੀਂ, ਨਾ ਦੀਆ ਨਾ ਬਾਤੀ ਹੈ, ਨਾ ਤਾਂ ਗਿਆਨ ਹੈ, ਨਾ ਕੋਈ ਗਿਆਨ ਦੀ ਗੱਲ ਹੈ। ਅਜੋ ਗਿਆਨ ਦੀ ਉਹ ਗੱਲ ਵੀ ਨਹੀਂ ਪ੍ਰਗਟ ਹੋਈ। ਬਾਤੀ ਬਾਤ ਦਾ ਨਾਮ ਹੈ, ਗੱਲ ਦਾ ਨਾਮ ਹੈ। ਇੱਥੇ ਦੀਵਾ ਨਾਮ ਹੈ, ਨਾ ਗਿਆਨ ਹੈ, ਨਾ ਕੋਈ ਉਪਦੇਸ਼ ਕਰਨ ਵਾਲਾ, ਦੱਸਣ ਵਾਲਾ ਇਹਨੂੰ। ਅਜੋ ਦੱਸਣ ਵਾਲਾ ਵੀ ਕੋਈ ਨਹੀਂ। ਦੱਸਣ ਵਾਲਾ ਕਿਉਂ ਨਹੀਂ ਕੋਈ? ਇਹ ਆਪ ਗੁਰੂ ਹੈ। ਇਹ ਕਹਿੰਦਾ ਤੂੰ ਮੇਰੀ ਸੁਣ, ਛੱਡ ਪਰੇ, ਤੇਰੀ ਸੁਣੀ ਹੋਈ ਹੈ। ਇਹ ਤਾਂ ਆਪ ਸੁਣਾਉਂਦਾ, ਆਪਣਾ ਗਿਆਨ ਲੋਕਾਂ ਨੂੰ ਦਿੰਦਾ। ਉਹ ਬਥੇਰਾ ਕੋ ਕਹਿੰਦਾ, ਆਹੋ ਤੂੰ ਬਥੇਰਾ ਕੋ ਕਹਿੰਦਾ। ਇੰਨਾ ਕਿ ਰਹਿਣਾ ਹੀ ਕਹਿਣ ਲੱਗਦਾ ਵੀ ਤੁਹਾਨੂੰ ਨਹੀਂ ਪਤਾ, ਮੇਰੀ ਸੁਣੂ ਤੁਸੀਂ ਗੱਲ, ਉਹ ਨਹੀਂ ਬੋਲਣ ਦਿੰਦਾ। ਜੋ ਬਾਹਰ ਸੋ ਭੀਤਰ ਜਾਣਿਆ, ਜੋ ਬਾਹਰ ਸੋ ਭੀਤਰ ਜਾਣਿਆ। ਜੋ ਜੋਤ ਬਾਹਰ ਸਰੀਰ 'ਚ ਕੰਮ ਕਰਦੀ ਸੀ ਔਰ ਜੋ ਅੰਦਰ ਸੀ, ਇੱਕੋ ਹੀ ਦੋਏ, ਕੋਈ ਫਰਕ ਨਹੀਂ ਦੋਹਾਂ ਦੇ ਵਿੱਚ। ਬਾਹਰ ਭੀਤਰ ਇੱਕੋ ਹੀ ਹੈ, ਦੋ ਹੈ ਹੀ ਨਹੀਂ। ਜੇ ਸੂਰਜ ਵੱਲ ਨੂੰ ਪਿੱਠ ਕਰੀਏ ਤਾਂ ਧੁੱਪ ਵੱਖਰੀ ਦਿੰਦੀ ਹੈ। ਜੇ ਸੂਰਜ ਵੱਲ ਨੂੰ ਮੂੰਹ ਕਰ ਲਈਏ ਧੁੱਪ ਔਰ ਸੂਰਜ ਦੋ ਹੈ ਹੀ ਨਹੀਂ, ਇੱਕੋ ਹੀ ਹੈ। ਕਿ ਸੂਰਜ ਤੋਂ ਹੀ ਤਾਂ ਪੈਦਾ ਹੋਈ ਹੈ ਧੁੱਪ। ਫਿਰ ਧੁੱਪ ਔਰ ਸੂਰਜ ਦੋ ਨਹੀਂ ਲੱਗਦੇ ਜੇ ਸੂਰਜ ਦਿਖ ਜਵੇ। ਜੇ ਸੂਰਜ ਨਹੀਂ ਦੀਦਾ, ਪਿੱਠ ਰੱਖੀਏ ਸੂਰਜ ਵੱਲ ਨੂੰ, ਫਿਰ ਧੁੱਪ ਦੀਦੀ ਹੈ, ਸੂਰਜ ਦੀਦਾ ਨਹੀਂ। ਫਿਰ ਦੋ ਨੇ। ਸੂਰਜ ਹੋਰ ਹੋਊ। ਅੰਨੇ ਵਾਸਤੇ ਚੀਜ਼ਾਂ ਦੋ ਨੇ, ਅੱਖਾਂ ਵਾਲੇ ਵਾਸਤੇ ਇੱਕ ਹੈ। ਅੰਨੇ ਨੂੰ ਧੁੱਪ ਚੁੱਭਦੀ ਹੈ, ਸੂਰਜ ਦੀਦਾ ਨਹੀਂ। ਧੁੱਪ ਤਾਂ ਉਹਨੂੰ ਮਹਿਸੂਸ ਹੁੰਦੀ ਹੈ, ਚੁੱਭਦੀ ਹੈ, ਰੋਸ਼ਨੀ ਨਹੀਂ ਉਹਨੂੰ ਦਿੰਦੀ। ਉਹਨੂੰ ਹੀਟ ਦਿੰਦੀ ਹੈ, ਉਹਦੀ ਹੀਟ ਚੁੱਭਦੀ ਹੈ। ਅੰਦਰੋਂ ਛਾਵਾਂ ਚੋਂ ਬਾਹਰ ਲੈ ਜਾਈਏ ਧੁੱਪੇ, ਉਹਨੂੰ ਮਹਿਸੂਸ ਹੋਊ। ਦੀਦਾ ਕੁਛ ਨਹੀਂ, ਉਹਨੂੰ ਲੈਟ ਨਹੀਂ ਦਿੰਦੀ ਹੈ। ਜਾਂ ਅੰਦਰ ਸੀ ਜਾਂ ਬਾਹਰ, ਕਹਿੰਦਾ ਧੁੱਪੇ ਆ ਗਈ। ਕਿਹੜੀ ਹੈ ਧੁੱਪ? ਧੁੱਪ ਤਾਂ ਉਹਦੀ ਸੁਣੀ ਹੋਈ ਹੈ, ਉਹ ਮਹਿਸੂਸ ਹੁੰਦੀ ਹੈ ਉਹਨੂੰ। ਲੇਕਿਨ ਸੂਰਜ ਉਹਦੇ ਵਾਸਤੇ ਕੋਈ ਚੀਜ਼ ਨਹੀਂ, ਚਾਨਣ ਵੀ ਕੋਈ ਚੀਜ਼ ਨਹੀਂ ਉਹਦੇ ਵਾਸਤੇ। ਅੱਖਾਂ ਵਾਲੇ ਵਾਸਤੇ ਸੂਰਜ ਔਰ ਧੁੱਪ ਇੱਕੋ ਹੀ ਚੀਜ਼। ਸੂਰਜ ਹੈ ਤਾਂ ਧੁੱਪ ਹੈ। ਦੀਵਾ ਔਰ ਰੋਸ਼ਨੀ ਦੋ ਚੀਜ਼ਾਂ ਨਹੀਂ ਹੁੰਦੀਆਂ। ਦੀਵਾ ਔਰ ਰੋਸ਼ਨੀ ਕੋਈ ਚੀਜ਼ ਹੈ। ਦੀਵੇ ਤੋਂ ਹੀ ਪੈਦਾ ਹੁੰਦੀ ਹੈ। ਦੀਵੇ ਤਾਂ ਕਰਾਉਣਾ ਕੀ ਹੈ ਜੇ ਰੋਸ਼ਨੀ ਨਹੀਂ ਹੈ। ਜੋ ਬਾਹਰ ਸੋ ਭੀਤਰ ਜਾਣਿਆ, ਬਾਹਰ ਔਰ ਭੀਤਰ ਇੱਕੋ ਹੀ ਹੈ। ਭਇਆ ਭੇਦ ਭੂਪਤੀ ਪਹਿਚਾਨਿਆ। ਭਇਆ ਭੇਦ, ਬਸ ਦੋਹਾਂ ਦਾ ਭੇਦ ਹੋ ਗਿਆ। ਦੋਹਾਂ ਦਾ ਜਦ ਭੇਦ ਹੋ ਗਿਆ ਵੀ ਦੋਏ ਇੱਕੋ ਹੀ ਦਾਣੇ ਤੋਂ ਦੋ ਹੋਏ ਨੇ, ਦਾਲ ਹੈ। ਜਦ ਜੋੜ ਕੇ ਦੇਖ ਲਈ ਸਾਬਤ ਸੂਰਤ ਹੋ ਗਿਆ, ਇੱਕ ਹੋ ਗਿਆ ਨਾ। ਫਿਰ ਭੂਪਤੀ ਪਹਿਚਾਨ ਲਿਆ। ਭੂਪਤੀ ਕੌਣ ਹੈ? ਹਿਰਦੇ ਦਾ ਜੋ ਮਾਲਕ ਹੈ ਨਾ, ਭੂਪਤੀ। ਉਹ ਖੰਡ ਨੂੰ ਕਹਿੰਦੇ ਨੇ। ਹਿਰਦੇ ਦਾ ਜੋ ਮਾਲਕ ਸੀ ਉਹ ਅੰਦਰ ਸੀ, ਅਸਲ ਹਿਰਦੇ ਦੇ ਵਿੱਚ। ਜੋ ਬਾਹਰ ਚਲਿਆ ਗਿਆ ਸੀ, ਸਰੀਰ ਵਿੱਚ ਰਹਿੰਦਾ ਸੀ, ਉਹ ਭੂਪਤੀ ਦਾ ਹੀ ਅੰਗ ਹੈ। ਉਹ ਅੰਗ ਹੈ ਭੂਪਤੀ ਦਾ। ਧੁੱਪ ਸੂਰਜ ਦਾ ਅੰਗ ਹੈ, ਧੁੱਪ ਸੂਰਜ ਨਹੀਂ ਹੈ। ਧੁੱਪ ਸੂਰਜ ਨਹੀਂ, ਸੂਰਜ ਦਾ ਅੰਗ ਜ਼ਰੂਰ ਹੈ। ਭੂਪਤੀ ਨਾਲ ਬਾਹਰਲੇ ਰਾਜਾ ਨੂੰ ਕਿਹਾ ਭੂਪਤੀ। ਆਹੋ ਬਾਹਰਲੇ ਰਾਜਾ ਭੂਪਤੀ। ਜਿੰਨਾ ਚਿਰ ਸਰੀਰ ਉਹਨਾਂ ਚਿਰ ਭੂਪਤੀ ਹੈ। ਜਿੰਨਾ ਚਿਰ ਸਰੀਰ ਹੈ ਭੂਪਤੀ ਇਹੀ ਹੈ। ਹੈਂ? ਉਹ ਵੀ ਭੂਪਤੀ ਹੈ। ਉਹ ਬਾਹਰ ਜ਼ਮੀਨ ਵਾਲਾ ਭੂਪਤੀ ਹੈ, ਇਹ ਹਿਰਦੇ ਵਾਲਾ ਭੂਪਤੀ ਹੈ। ਅਸੀਂ ਹਿਰਦੇ ਨੂੰ ਭੂਪ ਕਹਿੰਦੇ ਹਾਂ। ਜਿਹੜਾ ਭੂਖੰਡ ਹੈ ਨਾ, ਭੂਖੰਡ
ਕਿਉਂਕਿ ਅਸੀਂ ਜੋ ਬੀਜਣਾ ਹਿਰਦੇ 'ਚ ਬੀਜਣਾ। ਸ਼ਰੀਰ ਜੇ ਆਤਮਾ ਵਾਸਤੇ ਜਿਹੜੀ ਖੇਤੀ ਕਰਨੀ ਹੈ ਹਿਰਦੇ 'ਚ ਹੋਣੀ ਹੈ, ਬਾਹਰ ਨਹੀਂ ਹੋਣੀ। ਬਾਹਰ ਸਰੀਰ ਵਾਸਤੇ ਭੂਮੀ, ਬਾਹਰ ਵਾਲੀ ਭੂਮੀ ਸਰੀਰ ਵਾਸਤੇ। ਇਹ ਜੋ ਸਰੀਰ ਪੈਦਾ ਹੋਇਆ ਉਹਦੇ 'ਚ ਮਨ ਪੈਦਾ ਹੋਇਆ, ਉੱਥੇ ਹੀ ਇਹਦਾ ਜਨਮ ਪਦਾਰਥ ਉਸ 'ਚ ਮਿਲਣਾ, ਨਾ ਬੀਜ ਕੇ ਉੱਥੇ ਪ੍ਰਗਟ ਹੋਣਾ ਇਹਨੇ। ਕਬੀਰ ਧਰਤੀ ਸਾਧਗੀ ਹੈ ਜਿਹੜੀ। ਹਾਂ, ਧਰਤੀ ਸਾਧਕੀ ਆ ਉਹ। ਕਬੀਰ ਧਰਤੀ ਸਾਧਕੀ ਉਹ ਹੈ, ਅਸਾਧ ਕੀ ਧਰਤੀ ਇਹ ਹੈ। ਜਿਹੜਾ ਅਸਾਧ ਹੈ ਉਹ ਰਾਜੇ ਬਾਹਰਲੇ ਤਾਂ ਭੂਪਤ ਅਸਾਧ ਨੇ। ਉਹ ਅਸਾਧ ਕੌਣ ਹੁੰਦਾ? ਅਸਾਧ ਤੋਂ ਵਿਰੋਧੀ। ਸਾਧ ਕੌਣ ਹੈ? ਸਾਧ ਭਾਣੇ 'ਚ ਚੱਲਣ ਵਾਲਾ ਹੈ, ਪਰਮੇਸ਼ਰ ਦੇ ਹੁਕਮ 'ਚ ਚੱਲਣ ਵਾਲਾ ਹੈ। ਰਾਜਾ ਜਿਹੜਾ ਭੂਪ ਦੇ ਬਾਹਰਲਾ ਆਪਣੇ ਹੁਕਮ 'ਚ ਸੰਸਾਰ ਨੂੰ ਚਲਾਉਣ ਵਾਲਾ, ਉਹ ਤਾਂ ਆਪਣੇ ਹੁਕਮ 'ਚ ਲੋਕਾਂ ਨੂੰ ਚਲਾਉਣ ਵਾਲਾ। ਉਹ ਉਸ ਪਰਮੇਸ਼ਰ ਦਾ ਸ਼ਰੀਕ ਹੈ, ਆਪਣੇ ਹੁਕਮ ਦੇ ਵਿੱਚ ਚਲਾਉਂਦਾ, ਕਿਸੇ ਦੇ ਹੁਕਮ ਚੱਲਣਾ ਨਹੀਂ ਚਾਹੁੰਦਾ। ਉਹ ਆਪਣੇ ਹੁਕਮ ਦੇ ਵਿੱਚ ਚਲਾਉਂਦਾ। ਜਿਹੜਾ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਉਹ ਸਾਖਤ ਹੈ। ਜਿਹੜਾ ਹੁਕਮ ਦੇ ਵਿੱਚ ਚੱਲਦਾ ਔਰ ਹੁਕਮ ਦੇ ਵਿੱਚ ਚੱਲਣ ਦੀ ਉਹ ਉਪਦੇਸ਼ ਦਿੰਦਾ ਹੈ। ਚੱਲਣ ਨੂੰ ਇਹ ਕਹਿੰਦਾ ਸਾਰਿਆਂ ਨੂੰ ਵੀ ਪਰਮੇਸ਼ਰ ਦੇ ਭਾਣੇ 'ਚ ਚੱਲੋ। ਮੈਂ ਵੀ ਭਾਣੇ ਚੱਲਦਾ। ਉਹ ਸੰਤ ਹੈ, ਉਹੀ ਸਾਧ ਹੈ, ਉਹੀ ਗੁਰਮੁਖ ਹੈ, ਉਹੀ ਗੁਰਸਿੱਖ ਹੈ, ਤੇ ਉਹੀ ਭਗਤ ਹੈ। ਸਾਰੇ ਲਫ਼ਜ਼ ਉਹਦੇ ਵਾਸਤੇ ਨੇ। ਭਗਤ ਕਹਿ ਲਓ, ਸੰਤ ਕਹਿ ਲਓ, ਸਾਧ ਕਹਿ ਲਓ, ਸਤਿਗੁਰ ਕਹਿ ਲਓ, ਗੁਰਮੁਖ ਕਹਿ ਲਓ। ਗੁਰੂ ਨਹੀਂ ਕਹਿ ਸਕਦੇ, ਗੁਰੂ ਨਹੀਂ ਕਹਿ ਸਕਦੇ। ਗੁਰੂ ਦੇ ਭਾਣੇ ਚੱਲਣਾ। ਗੁਰੂ ਤੋਂ ਵੱਡਾ ਕੋਈ ਨਹੀਂ ਹੈ ਸੰਸਾਰ ਦੇ ਵਿੱਚ। ਸਤਿਗੁਰ ਤੋਂ ਵੱਡਾ ਵੀ ਕੋਈ ਨਹੀਂ ਹੈ ਸੰਸਾਰ ਦੇ ਵਿੱਚ। ਭਗਤ ਤੋਂ ਵੱਡਾ ਵੀ ਕੋਈ ਨਹੀਂ ਹੈ। ਪਰ ਸੰਸਾਰ ਦੀ ਗੱਲ, ਸੰਸਾਰ ਦੀ ਤਾਂ ਗੱਲ ਹੈ ਸੱਚਖੰਡ ਦੇ ਵਿੱਚ। ਉੱਥੇ ਵੱਡਾ ਛੋਟਾ ਕੋਈ ਹੁੰਦਾ ਹੀ ਨਹੀਂ। ਗੁਰੂ ਕੀ ਹੈ ਫਿਰ? ਗੁਰੂ ਸਮੁੱਚਿਆਂ ਦੀ ਜਿਹੜੀ ਰਾਇ ਹੈ ਉਹ ਗੁਰੂ ਹੈ। ਸਮੁੱਚਿਆਂ ਦੀ, ਸਾਰਿਆਂ ਦੀ ਸ਼ਕਤੀ ਜਿਹੜੀ ਹੈ। ਇੱਕ ਧਾਗਾ ਲੈ ਲਈਏ ਆਪਾਂ, ਧਾਗੇ ਇਕੱਠੇ ਕਰਕੇ ਉਹਦਾ ਰੱਸਾ ਵੱਟ ਲਈਏ, ਬਹੁਤ ਮੋਟਾ, ਕਿੰਨਾ ਵਜਨ ਚੱਕ ਲੂ? ਉਹ ਧਾਗਾ ਚੱਕ ਲੂ ਇਕੱਲਾ? ਸਾਰਿਆਂ ਦੀ ਸ਼ਕਤੀ ਹੋਰ ਗੱਲ ਹੈ, ਗੁਰੂ ਹੈ ਉਹ। ਇਕੱਲੇ ਦੀ ਸ਼ਕਤੀ ਜੇ ਇੱਕ ਧਾਗੇ ਦੀ ਸ਼ਕਤੀ ਔਰ ਇੱਕ ਰੱਸੇ ਦੀ ਸ਼ਕਤੀ, ਦੋਹਾਂ ਦੇ ਵਿੱਚ ਫਰਕ ਹੈ। ਗੁਰੂ ਤਾਂ ਸਮੁੱਚੇ ਸਾਰਿਆਂ ਦੀ ਸ਼ਕਤੀ ਹੈ ਇਕੱਠੀ ਹੋਈ ਇੱਕ ਜਗ੍ਹਾ। ਇੱਕ ਬੂੰਦ ਹੈ, ਇੱਕ ਸਮੁੰਦਰ ਹੈ। ਬੂੰਦ ਦਾ ਸਮੁੰਦਰ ਦਾ ਕੀ ਮੇਲ? ਬੂੰਦ ਕੁਛ ਨਹੀਂ ਹੈ ਆਪਣੇ ਆਪ 'ਚ, ਬਸ ਬੂੰਦ ਬਰਾਬਰ ਹੀ ਹੈ ਇਹ। ਜੇ ਦੇਖੀਏ ਸੱਚਖੰਡ ਨੂੰ ਤਾਂ ਇਹ ਬੂੰਦ ਹੈ, ਜੇ ਇੱਥੇ ਦੇਖੀਏ ਸੰਸਾਰ ਨੂੰ ਦੇਖੀਏ ਤਾਂ ਇਹ ਸਾਬਤ ਹੈ। ਉਹ ਅੱਧੇ ਅੱਧੇ ਨੇ। ਸਾਬਤ ਇੱਕ ਦਾਣਾ ਹੈ, ਇੱਕ ਦਾਲ ਹੈ। ਦਾਲ ਨੂੰ ਦਾਣਾ ਹੀ ਵੱਡਾ ਹੈ, ਸਾਬਤ ਹੈ ਵੱਡਾ। ਕਿਉਂ ਨਹੀਂ ਜੰਮੇ ਉਹਨੇ ਦਾਲ ਨੇ ਜੰਮਣਾ ਕਿਸੇ ਨੇ ਨਹੀਂ। ਉਹਨੇ ਕਿੰਨੇ ਹੀ ਪੈਦਾ ਕਰ ਦੇਣੇ ਨੇ ਹੋਰ। ਜੇ ਬੋਹੜ ਦੇਖੀਏ ਫਿਰ ਦਾਣਾ ਇੱਕ ਛੋਟਾ ਹੈ। ਜੇ ਤਾਂ ਬੋਹੜ ਦੇਖੀਏ ਫਿਰ ਤਾਂ ਇਕੱਲਾ ਦਾਣਾ ਛੋਟਾ ਹੈ। ਜੇ ਦਾਲ ਦੇਖੀਏ ਫਿਰ ਸਾਬਤ ਦਾਣਾ ਹੀ ਵੱਡਾ। ਇਹ ਡਿਫਰੈਂਸ ਜਿੰਨਾ ਚਿਰ ਸਮਝ ਨਹੀਂ ਹੁੰਦਾ ਉਹਨਾਂ ਚਿਰ ਨਾਨਕ ਨੂੰ ਗੁਰੂ ਕਹਿਣ ਤੇ ਨਹੀਂ ਹਟਦੇ। ਇਹ ਨਹੀਂ ਹਟਦੇ। ਇਹਨਾਂ ਨੂੰ ਸਮਝ ਨਹੀਂ ਆ ਵੀ ਸੱਚਖੰਡ ਹੁੰਦਾ ਕੀ ਹੈ ਔਰ ਉੱਥੇ ਕੀ ਹੁੰਦਾ। ਇਦੋਂ ਗਾ ਨਾਲੇ ਇਹਨਾਂ ਨੇ ਲੈਣਾ ਵੀ ਕੀ ਹੈ। ਜਿੰਨਾ ਚਿਰ ਮਾਇਆ ਦਾ ਮੋਹ ਅੰਦਰੋਂ ਜਾਂਦਾ ਨਹੀਂ, ਜਿੰਨਾ ਚਿਰ ਸਾਧੂ ਨਾਮ ਦੀ ਭੁੱਖ ਹੀ ਨਹੀਂ, ਜਿੰਨਾ ਚਿਰ ਭਾਣੇ 'ਚ ਚੱਲਣ ਦੀ ਇੱਛਾ ਹੀ ਨਹੀਂ, ਉਹਨਾਂ ਚਿਰ ਗੁਰਬਾਣੀ ਦੀ ਸਮਝ ਆ ਜਾਵੇ। ਸਮਝ ਆਉਣ ਦੀ ਸਾਨੂੰ ਲੋੜ ਵੀ ਨਹੀਂ। ਸਮਝ ਵਾਸਤੇ ਤਾਂ ਅਸੀਂ ਸਿੱਖੀ ਧਾਰਨ ਨਹੀਂ ਕੀਤੀ। ਕੋਈ ਗੁਰਦੁਆਰੇ ਜਾਂਦਾ ਹੀ ਨਹੀਂ। ਗੁਰਦੁਆਰੇ ਜਾਣ ਦੇ ਤਾਂ ਇਹਨਾਂ ਦੇ ਕਾਰਨ ਹੋਰ ਨੇ। ਕਿਸੇ ਦਾ ਕੋਈ ਕੰਮ ਅੜਿਆ ਹੋਇਆ, ਕਿਸੇ ਦਾ ਕੋਈ ਅੜਿਆ ਹੋਇਆ।
ਅਜੇ ਤਾਂ ਸੰਸਾਰੀ ਕੰਮਾਂ ਵਾਸਤੇ ਜਾਂਦੇ ਆ ਗੁਰਦੁਆਰੇ, ਧਰਮ ਧਾਰਨ ਕੀਤੇ ਨੇ ਲੋਕਾਂ ਨੇ। ਜੋ ਗੁਰਬਾਣੀ ਦੇ ਵਿੱਚ ਟੀਚਾ ਦੱਸਿਆ ਉਹ ਤਾਂ ਸਾਡਾ ਟੀਚਾ ਹੀ ਨਹੀਂ, ਟਾਰਗੇਟ ਹੀ ਨਹੀਂ ਹੈ। ਸੰਸਾਰ ਦੇ ਵਿੱਚੋਂ ਮੁਕਤੀ ਦਾ ਟਾਰਗੇਟ ਤਾਂ ਕਿਸੇ ਦਾ ਹੈ ਹੀ ਨਹੀਂ। ਜਿਹਦਾ ਟਾਰਗੇਟ ਮੁਕਤੀ ਦਾ ਹੈ ਉਹ ਬਿਰਲੇ ਬਿਰਲੇ ਹੈਗੇ ਨੇ। ਉਹ ਸੰਸਾਰ ਦੇ ਨਾਲ ਗੱਲ ਵੀ ਕੀ ਕਰਨ, ਉਹ ਉਹਨਾਂ ਨਾਲੇ ਗੱਲ ਕਰਦੇ ਨੇ ਜਿਨ੍ਹਾਂ ਦਾ ਉਹ ਜਿਹਾ ਟਾਰਗੇਟ ਹੁੰਦਾ ਹੈ। ਉਹ ਆਪਸ ਵਿੱਚ ਹੀ ਗੱਲ ਕਰਦੇ ਨੇ, ਇਹਨਾਂ ਨਾਲ ਕੀ ਗੱਲ ਕਰਨੀ। ਉਹ ਟਾਰਗੇਟ ਵਾਲੇ ਵੱਖਰੇ ਹੁੰਦੇ ਨੇ, ਅਲੱਗ ਅਲੱਗ ਬਹੁਤ ਥੋੜੇ ਥੋੜੇ ਬੰਦੇ ਹੁੰਦੇ ਨੇ, ਹਰ ਵਕਤ ਰਹਿੰਦੇ ਨੇ, ਹੈਨ ਬਿਰਲੇ ਨਾ ਹੀ ਖੜੇ। ਜੇ ਉਹ ਨਾ ਹੋਣ ਤਾਂ ਦੁਬਾਰਾ ਇਹ ਸਿੱਖੀ ਪੈਦਾ ਹੀ ਨਹੀਂ ਹੋ ਸਕਦੀ। ਜੇ ਉਹ ਨਾ ਹੋਣ ਦੁਬਾਰਾ ਕਿਵੇਂ ਪੈਦਾ ਹੋਵੇ। ਜਿੰਨੇ ਮਰਜ਼ੀ ਕਾਲ ਪੈ ਚੁੱਕੇ ਨੇ ਸੰਸਾਰ 'ਚ, ਬਹੁਤ ਬੰਦੇ ਕਾਲਾਂ 'ਚ ਮਰ ਜਾਂਦੇ ਹੁੰਦੇ ਨੇ ਅੰਨ ਦੇ ਤੋੜੇ ਤੋਂ, ਪਰ ਬੀਜ ਫਿਰ ਵੀ ਬਚ ਜਾਂਦਾ ਹੁੰਦਾ। ਜੇ ਬੀਜ ਨਾ ਵੱਜਦਾ ਅੱਜ ਕਿੱਥੋਂ ਮਿਲਦਾ, ਬੀਜ ਫਿਰ ਵੀ ਬਚ ਜਾਂਦਾ। ਉਹ ਬੀਜ ਹੀ ਹੈ ਜਿਹੜਾ ਹੁਣ ਜੰਮਿਆ ਹੈ ਸਾਡੇ ਕੋਲ, ਕਣਕ ਖਾਂਦੇ ਆ। ਬਹੁਤ ਮਰ ਗਏ, ਲੱਖਾਂ ਆਦਮੀ ਮਰ ਜਾਂਦੇ ਨੇ ਕਾਲ 'ਚ। ਸੱਚ ਦੇ ਕਾਲ 'ਚ ਲੱਖਾਂ ਹੀ ਮਰਦੇ ਨੇ ਰੋਜ਼, ਸੱਚ ਫਿਰ ਵੀ ਰਹਿ ਜਾਂਦਾ ਬੀਜ ਰੂਪ 'ਚ, ਫਿਰ ਪ੍ਰਗਟ ਹੋ ਜਾਂਦਾ, ਫਿਰ ਪ੍ਰਗਟ ਹੋ ਜਾਂਦਾ, ਬੀਜ ਰੂਪ 'ਚ ਬਚਿਆ ਰਹਿੰਦਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੈਤਾਲ। ਜਿਹਨਾਂ ਕੋਲ ਬੀਜ ਸੀਗਾ ਉਹਨਾਂ ਨੇ ਬੀਜਿਆ ਨਾ, ਜਿਨ੍ਹਾਂ ਨੇ ਬਚਾ ਲਿਆ ਸੀ ਬੀਜ, ਜਿਨ੍ਹਾਂ ਨੇ ਬੀਜਿਆ ਸੀ ਪਤ ਲੈ ਗਏ, ਉਹ ਪਤ ਬਚਾ ਗਏ। ਅਬ ਕਿਉਂਕਿ ਦਾਲ ਵਾਲਿਆਂ ਦੀ ਕਿੱਥੋਂ ਉਗਾਉਂਦੀ, ਦਾਲ ਵਾਲਿਆਂ ਦੀ ਕਿਵੇਂ ਉਗਣੀ ਸੀ, ਤੇ ਦਾਲ ਸਮਝ ਲੱਗੇ ਵੀ ਉਹ ਬੀਜ ਪਤ ਲੈ ਗਏ। ਬੀਜ ਰੂਪ ਬਚਿਆ ਹੋਇਆ ਹੁੰਦਾ, ਉਹ ਬਿਰਲੇ ਬਿਰਲੇ ਨੇ ਬੀਜ ਬਚਿਆ ਹੁੰਦਾ। ਉਹ ਕਹਿੰਦੇ ਨੇ ਬੀਜ ਬਚਾ ਲਓ ਤਾਂ ਕਿ ਇਹ ਨਾ ਹੋਵੇ ਵੀ ਜਿਹੜੇ ਬਚੇ ਹੋਏ ਇਹ ਵੀ ਗਾਹ ਨੂੰ ਮਰ ਜਾਣ। ਬੀਜ ਬਚਾਇਆ ਜਾਂਦਾ ਹੈ, ਜੇ ਨਾ ਬਚਾਉਂਦੇ ਪਿੱਛੇ ਤਾਂ ਹੁਣ ਕਿੱਥੋਂ ਖਾਂਦੇ ਅਸੀਂ। ਹਾਂਜੀ, ਮੰਮਾ ਮੂਲ ਗਹਿਆ ਮਨ ਮਾਨੈ, ਮੰਮਾ ਮੂਲ ਗਹਿਆ ਮਨ ਮਾਨੈ। ਮਨ ਮਾਨੈ। ਜਦੋਂ ਜਿਹੜਾ ਮੂਲ ਹੈ, ਜੜ ਹੈ, ਆਪਣਾ ਮੂਲ ਹੈ, ਜਿੱਥੋਂ ਇਹਦੀ ਹੋਂਦ ਹੈ, ਜਿੱਥੋਂ ਮਨ ਪੈਦਾ ਹੋਇਆ। ਮਨ ਕਿਤੋਂ ਪੈਦਾ ਹੁੰਦਾ, ਕੀ ਤੋਂ ਪੈਦਾ ਹੁੰਦਾ? ਜਿਹੜਾ ਕਹਿੰਦਾ ਨਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਉਹ ਮੂਲ ਹੈ। ਜਿਹੜਾ ਉਹ ਬੋਲਦਾ ਨਾ ਮੇਰਾ ਮਨ, ਉਹ ਮੂਲ ਹੈ। ਮਨ ਨਹੀਂ ਮੂਲ ਹੈ। ਜਿਹੜਾ ਬੋਲਦਾ ਮੇਰਾ ਮਨ, ਉਹ ਮੂਲ ਹੈ। ਜਦ ਕਹਿੰਦਾ ਵੀ ਮਨ ਨਹੀਂ ਮੰਨਦਾ, ਉਹੀ ਮੂਲ ਹੈ। ਜਿਹੜਾ ਕਹਿੰਦਾ ਮਨ ਨਹੀਂ ਮੰਨਦਾ, ਜਿਹੜਾ ਨਹੀਂ ਮੰਨਦਾ ਉਹ ਮਨ ਹੈ, ਜਿਹੜਾ ਕਹਿੰਦਾ ਮਨ ਨਹੀਂ ਮੰਨਦਾ ਉਹ ਮੂਲ ਹੈ। ਹੁਣ ਪਛਾਣ ਦੀ ਉਹ ਗੱਲ ਹੈ ਦੋਹਾਂ ਨੂੰ, ਬਸ ਇਹ ਪਛਾਣ। ਜਿਹੜਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਉਹ ਤੂੰ ਹੈ, ਉਹ ਮੈਂ ਨਹੀਂ ਹੈ। ਉਹ ਤੂੰ ਹੈ, ਜਿਹੜਾ ਮਨ ਹੈ ਉਹ ਮੈਂ ਹੈ। ਜੇ ਮਨ ਵੀ ਤੂੰ ਮੈਂ ਦੀ ਜਗ੍ਹਾ ਤੂੰ ਕਹਿਣ ਲੱਗ ਪਏ, ਫਿਰ ਤੂੰ ਕਰਤਾ ਤੂੰ ਪਿਆ। ਮਨ ਓਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਮੈਂ ਨਹੀਂ ਬਈ ਮੈਂ ਤਾਂ ਉਹ ਕਰੂੰਗਾ, ਉਹਨਾਂ ਚਿਰ ਮਨ। ਜਦ ਜਿਹੜਾ ਬਣਾਉਂਦਾ ਜੇ ਉਹਦੇ ਅਨੁਸਾਰ ਹੋ ਗਿਆ, ਫਿਰ ਮੈਂ ਰਿਹਾ ਹੀ ਨਹੀਂ, ਫਿਰ ਇੱਕ ਹੋ ਗਿਆ। ਉਹਦੇ ਭਾਣੇ 'ਚ ਚੱਲਣਾ ਹੀ, ਗੁਰ ਕੇ ਭਾਣੇ ਚੱਲਣਾ। ਮੂਲ ਗਹਿਆ ਮਨ ਮਾਨੈ, ਗੁਰਬਾਣੀ ਨੂੰ ਨਹੀਂ ਮਨ ਮੰਨਦਾ। ਅੱਧਾ ਮਨ ਕਹਿੰਦਾ ਮੰਨ ਜਾ, ਅੱਧਾ ਕਹਿੰਦਾ ਨਹੀਂ ਮੰਨਦਾ। ਅੱਧਾ ਤਾਂ ਮੰਨਣਾ ਚਾਹੁੰਦਾ, ਅੱਧਾ ਨਹੀਂ ਮੰਨਣਾ ਚਾਹੁੰਦਾ। ਜਿਹੜਾ ਮੰਨਣਾ ਚਾਹੁੰਦਾ ਉਹ ਮੂਲ ਹੈ, ਜਿਹੜਾ ਨਹੀਂ ਮੰਨਣਾ ਚਾਹੁੰਦਾ ਉਹ ਮਾਇਆ 'ਚ ਫਸਿਆ ਹੋਇਆ। ਜਿਹੜੇ ਕਹਿੰਦੇ ਮਨ ਮਾਇਆ ਵਿੱਚ ਫਸ ਰਹੇ ਹੋ, ਉਹ ਫਸਿਆ ਮਾਇਆ 'ਚ। ਉਹ ਮੁੱਠੀ ਛੱਡਦਾ ਨਹੀਂ। ਇੱਕ ਦਾ ਸੱਚ ਫੜਿਆ ਹੈ ਇੱਧਰ, ਇੱਕ ਦੇ ਮਾਇਆ ਫੜੀ ਹੋਈ ਹੈ। ਉਹ ਕਹਿੰਦਾ ਮਾਇਆ ਛੱਡ ਦੇ, ਉਹ ਕਹਿੰਦਾ ਨਹੀਂ ਛੱਡ ਕੇ ਤਾਂ ਫਿਰ ਸਰੀਰ ਦਾ ਔਖਾ ਹੋ ਜੂ, ਇਹਦਾ ਕੀ ਕਰਾਂਗੇ।
ਕਹਿੰਦਾ ਸਰੀਰ ਵਿੱਚ ਹੀ ਹੈ ਮਾਇਆ ਦੇ, ਇਹ ਕਿਹੜਾ ਬਾਹਰ ਲੈ ਕੇ ਜਾਣਾ। ਬਸ ਜੱਕਾਂ ਤੱਕਾਂ ਦੇ ਵਿੱਚ ਲੰਘ ਜਾਂਦੀ ਹੈ, ਜੱਕਾਂ ਤੱਕਾਂ 'ਚ ਲੰਘ ਜਾਂਦੀ ਹੈ। ਅੱਜ ਯਾਰ ਕੱਲ੍ਹ 'ਚ ਅੱਗੇ ਆਊ ਪੰਕਤੀ। ਮੰਮਾ ਮੂਲ ਗਿਆ ਮਨ ਮਾਨਾ, ਜਦ ਮੂਲ ਗੈਰ ਨੂੰ ਫੜ ਲੈਂਦਾ ਨਾ, ਜਿਹੜਾ ਇਹਦਾ ਆਪਣਾ ਮੂਲ ਹੈ, ਫਿਰ ਮਨ ਬਣ ਜਾਂਦਾ। ਮਰਮੀ ਹੋਏ ਸੋ ਮਨ ਕੋ ਜਾਣੈ। ਮਰਮੀ ਹੋਏ, ਜੇ ਖੋਜੀ ਹੋਵੇ ਨਾ ਤਾਂ ਮਨ ਨੂੰ ਸਮਝਣਾ ਕੋਈ ਔਖਾ ਨਹੀਂ ਹੈ। ਕਹਿੰਦਾ ਮਨ ਨਹੀਂ ਮੰਨਦਾ, ਉਹੀ ਤਾਂ ਮਨ ਹੈ ਜਿਹੜਾ ਮੰਨਦਾ ਨਹੀਂ। ਮਨ ਕੋ ਜਾਣੈ, ਮਨ ਨੂੰ ਜਾਣ ਲੈਂਦਾ, ਕਿਉਂ ਨਹੀਂ? ਮਨ ਜਾਣਨਾ ਕੋਈ ਔਖੀ ਗੱਲ ਨਹੀਂ ਹੈ। ਰੋਜ਼ ਤਾਂ ਕਹਿੰਦਾ ਮਨ ਨਹੀਂ ਮੰਨਦਾ ਮੇਰਾ, ਉਹੀ ਤਾਂ ਮਨ ਹੈ। ਕਿਉਂ ਨਹੀਂ ਮੰਨਦਾ ਸਵਾਲ ਇਹ ਹੈ। ਇਹ ਮਨ ਨੂੰ ਜਾਣਨਾ, ਮੰਨਦਾ ਕਿਉਂ ਨਹੀਂ? ਕੀ ਬਿਮਾਰੀ ਹੈ ਇਹਨੂੰ? ਕਾਹਦੀ ਬੇਬਦੋਸ ਗਈ ਹੈ? ਇਹਦੇ ਸਾਰੇ ਹੀ ਜਾਣ ਲੈਂਦਾ ਬਿਮਾਰੀਆਂ ਦੀ, ਮੰਨਦਾ ਕਿਉਂ ਨਹੀਂ? ਕਿਉਂ ਨਹੀਂ ਮੰਨਦਾ ਤਾਂ ਫਿਰ ਜਦ ਪਤਾ ਲੱਗਦਾ ਫਿਰ ਇਲਾਜ ਹੁੰਦਾ। ਫਿਰ ਉਹ ਜਿਹੜਾ ਕਾਰਨ ਹੈ ਨਾ, ਕਾਰਨ ਰੋਗ ਦਾ ਕਾਰਨ, ਪਹਿਲਾਂ ਰੋਗ ਪਛਾਣ, ਫਿਰ ਇਹਦਾ ਰੋਗ ਪਛਾਣਦਾ ਕੀ ਰੋਗ ਹੈ, ਇਹਨੂੰ ਕਿਉਂ ਨਹੀਂ ਬਣਦਾ ਹੈ। ਉਹ ਰੋਗ ਦਾ ਇਲਾਜ ਕਰਨਾ। ਮਨ ਨੂੰ ਨਹੀਂ ਬਣਾਉਣਾ ਧੱਕੇ ਨਾਲ, ਉਹਦੇ ਰੋਗ ਦਾ ਇਲਾਜ ਕਰੋ। ਕੀ ਵਹਿਮ ਹੈ ਇਹਨੂੰ? ਕਿਸੇ ਬਾਣੀ ਦੀ ਪੰਕਤੀ ਤੇ ਭਰੋਸਾ ਨਹੀਂ ਕੀਤਾ ਹੁਣ, ਇਹੀ ਬਿਮਾਰੀ ਹੈ, ਹੋਰ ਕੀ ਹੈ? ਗੁਰਬਾਣੀ ਤੇ ਯਕੀਨ ਨਹੀਂ ਕੀਤਾ ਹੋਇਆ, ਹੋਰ ਗੱਲ ਕੁਛ ਨਹੀਂ ਹੈ। ਯਕੀਨ ਕਰ ਲਵੇ ਬਣ ਜੂਗਾ, ਨਹੀਂ ਯਕੀਨ ਕਰਦਾ ਨਹੀਂ ਬਣਦਾ। ਹੋਰ ਕੋਈ ਬਿਮਾਰੀ ਨਹੀਂ, ਯਕੀਨ ਨਹੀਂ ਹੈ। ਜੇ ਯਕੀਨ ਨਹੀਂ ਫਿਰ ਤੂੰ ਸਿੱਖਾ ਦੇਵੇ, ਫਿਰ ਕਾਹਦਾ ਸਿੱਖਾਂ? ਸਿੱਖੀ 'ਚ ਵੀ ਸਾਰਿਆਂ ਨੂੰ ਮੂਹਰੇ ਸਮਝਦਾ, ਆਪਣੇ ਆਪ ਨੂੰ ਮੰਨਦਾ ਵੀ ਹੈ ਨਹੀਂ ਬਾਣੀ ਨੂੰ। ਮੰਨਦਾ ਵੀ ਹੈ ਨਹੀਂ, ਸਿੱਖੀ 'ਚ ਵੀ ਆਕੜ ਬੜੀ ਹੈ ਤੇਰੇ 'ਚ। ਮੇਰੇ ਵਰਗਾ ਕੋਈ ਸਿੱਖਿਆ ਹੀ ਨਹੀਂ ਤੇ ਤਾਂ ਫਿਰ ਭੁਲੇਖਾ ਤੈਨੂੰ, ਤਾਂ ਤੈਨੂੰ ਹੀ ਭੁਲੇਖਾ ਹੈ ਆਪਣੇ ਆਪ ਨੂੰ। ਭੁਲੇਖਾ ਆਪਣਾ ਕੀ? ਗੁਰੂ ਨੂੰ ਇਸ ਗੱਲ ਦਾ ਪਤਾ ਨਹੀਂ, ਸਮਝ ਨਹੀਂ ਹੈ ਉਹਨੂੰ, ਸਮਝ ਨਹੀਂ ਹੈ। ਤੈਨੂੰ ਚਾਹੇ ਹੋਵੇ ਵੀ ਉਹਨੂੰ ਸਮਝ ਨਹੀਂ, ਉਹਨੂੰ ਸਮਝ ਹੈਗੀ ਹੈ। ਇਹ ਵੀ ਤੈਨੂੰ ਹੀ ਭੁਲੇਖਾ ਵੀ ਗੁਰੂ ਨੂੰ ਸਮਝ ਨਹੀਂ, ਇਹ ਵੀ ਭੁਲੇਖਾ ਤੈਨੂੰ ਹੀ ਹੈ। ਤੈਨੂੰ ਆਪਣੇ ਬਾਰੇ ਭੁਲੇਖਾ ਤੇ ਦੂਜਿਆਂ ਬਾਰੇ ਤਾਂ ਹੋਣਾ ਹੀ ਹੈ। ਬਸ ਸਾਡਾ ਆਪਣਾ ਹੀ ਭੁਲੇਖਾ ਹੈ। ਇਹ ਆਪਣਾ ਭੁਲੇਖਾ ਹੀ ਸਾਰੇ ਬੰਨਣਾ ਦਾ ਕਾਰਨ, ਸਿੱਖੀ ਤੋਂ ਦੂਰ ਲਿਜਾਣ ਵਾਲਾ ਕਾਰਨ। ਵੱਟ ਪਾਈ ਹੋਈ ਹੈ। ਫਿਰ ਜਿੱਥੇ ਭਰਮ ਹੈ ਉੱਥੇ ਪੜਦਾ ਹੈ, ਜਿੱਥੇ ਪੜਦਾ ਉੱਥੇ ਵੱਟ ਹੈ। ਜਿਹੜੀ ਕੂੜ ਦੀ ਕੰਧ ਹੈ ਕੀ ਹੈ? ਕੂੜ ਦੀ ਕੰਧ ਕੀ ਹੈ? ਕੂੜ ਦੀ ਕੰਧ ਹੈ, ਭਰਮ ਹੋਰ ਕੀ ਹੈ? ਉਹ ਜਿਹੜੀ ਬਾਣੀ ਨੂੰ ਮੰਨਣ ਨਹੀਂ ਦਿੰਦੀ, ਇਹੀ ਕੂੜ ਦੀ ਕੰਧ ਹੈ ਕਿ ਕੂੜ ਹੈ, ਟੁੱਟਾ। ਜੋ ਬਾਣੀ ਨੂੰ ਨਹੀਂ ਮੰਨਣ ਦਿੰਦੀ, ਉਹੀ ਕੂੜ ਦੀ ਕੰਧ ਹੈ। ਮਾਇਆ ਕੂੜ ਹੈ, ਇਹਦੀ ਕੰਧ ਕੀਤੀ ਹੈ, ਹੋਰ ਕੀ ਹੈ? ਮਾਇਆ ਕੀ ਹੈ? ਝੂਠੀ ਮਾਇਆ ਨਹੀਂ ਕਿਹਾ ਹੋਇਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਇਹਦੀ ਉਹ ਕੰਧ ਹੈ, ਹੋਰ ਕਾਹਦੀ ਕੰਧ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹੀ ਦੀਵਾਰ ਹੈ ਵਿਚਾਲੇ ਕੂੜ ਦੀ, ਹੋਰ ਕੁਛ ਨਹੀਂ ਹੈਗਾ। ਕੂੜ ਨਾ ਅਸੀਂ ਪੜ੍ਹਦਾ ਲਿਆ, ਕੂੜੇ ਟੁੱਟੇ ਪਾਲ। ਕੂੜ ਦੀ ਦੀਵਾਰ ਹੈ ਕਾਹਦੀ? ਸੰਸਾਰ ਦੀ ਹੈ। ਸੰਸਾਰ ਛੱਡਣਾ ਚਾਹੁੰਦਾ ਨਹੀਂ, ਫਿਰ ਸੰਸਾਰ ਤਾਂ ਨਰਕ ਹੈ, ਨਰਕ 'ਚ ਰਹਿਣਾ ਫਿਰ ਰਹੋ। ਨਾਨਕ ਮੂਰਤ ਚਿੱਤਰ ਜਿਉ ਛਾੜ ਤਨਾਹੀ ਨਾ। ਇਹ ਤਾਂ ਮੂਰਤ ਕੰਧ ਨੂੰ ਛੱਡਦੀ ਨਹੀਂ, ਕੂੜ ਦੀ ਨੂੰ ਉਕਰੀ ਹੋਈ ਹੈ। ਜਿਵੇਂ ਕੰਧ ਤੇ ਉਹ ਕਰ ਦਿੰਦਾ ਤਸਵੀਰ, ਕੋਈ ਉੱਕਰ ਦੇਵੇ, ਉਹ ਛੱਡਦੀ ਹੈ ਕੰਧ ਨੂੰ। ਕੰਧ ਢਾਉਣੀ ਪਊਗੀ, ਇਹਦਾ ਕੰਧੇ ਢਾਏ ਤੇ ਛੱਡਦੀ ਹੈ। ਢਾਓ ਢੇਰੀ ਜਮੇ ਕੇਰੀ, ਜਮਾ ਕੇ ਨਹੀਂ ਜਮਨੇ ਢਾ ਦੇਣੀ ਆ ਕੇ ਕੰਧ। ਕੰਧ ਨਹੀਂ ਬਚਣੀ ਇਹ ਤਾਂ ਆਪੇ ਢਾ ਲੋ ਤਾਂ ਚੰਗੀ ਗੱਲ ਹੈ। ਰਹਿਣੀ ਤਾਂ ਹੈ ਨਹੀਂ ਉਹ ਜਿਹੜੀ ਕੰਧ ਹੈ ਨਾ ਕੂੜ ਦੀ। ਇਹ ਕੀ ਹੈ? ਮੇਰੀ ਦੀ ਹੈ।
ਜਮਕਾ ਡੰਡ ਬੂੰਡ ਮੈਂ ਲਾਂਗਾ ਖਿਲਵੇਂ ਪਈ ਪਰਾਈ ਹੈਗੀ ਨਾ ਕੰਧ ਇੱਕੋ ਡੰਡੇ ਨਾਲ ਢਾਤੀ ਇੱਕੋ ਡੰਡੇ ਨਾਲ ਢਹਿ ਜਾਣੀ ਹੈ ਢਹਿਣੀ ਹੈ ਆਪਣੇ ਆਪ ਢਾਲੋ ਨਹੀਂ ਉਹ ਢਾ ਦੂਗਾ ਇਹ ਤਾਂ ਢਹਿਣੀ ਹੈ ਆਪਣੇ ਉਹ ਢਾਲੋ ਇੱਟਾਂ ਵਿੱਚ ਚਲੋ ਕਿਤੇ ਹੋਰ ਲਾ ਲਓ ਇੱਟਾਂ ਉਹੀ ਚੱਕ ਕੇ ਮਨ ਵੀ ਹੋਏ ਤਾਂ ਮਨ ਕੋ ਜਾਣਾ ਹੈ ਨਹੀਂ ਜੂਰਾ ਹੋ ਜੂ ਮਰ ਵੀ ਹੋਏ ਤਾਂ ਮਨ ਕੋ ਜਾਣਾ ਹੈ ਤਾਂ ਮਨ ਕੋ ਜਾਂਦਾ ਜੇ ਖੋਜੀ ਹੋਵੇ ਖੋਜ ਕਰੇ ਅੰਦਰਲੀ ਤਾਂ ਮਨ ਨੂੰ ਜਾਣਿਆ ਜਾ ਸਕਦਾ ਹੈ। ਇਹਦੇ ਸਾਰੇ ਚਾਲਾਂ ਬੰਦੀਆਂ ਜਾਣੀਆਂ ਜਾ ਸਕਦੀਆਂ ਨੇ ਇਹਦੇ ਸਾਰੇ ਰਸਤੇ ਬੰਦ ਵੀ ਕੀਤੇ ਜਾ ਸਕਦੇ ਨੇ ਗੁਰਦਖਲਾਈ ਬੋਰੀ ਕਬੀਰ ਕਹਿੰਦਾ ਜਿਤ ਮਿਰਗ ਪੜਤਾ ਹੈ ਚੋਰੀ ਐ ਦੀ ਨਿਕਲ ਜਾਂਦਾ ਕਦੇ ਇਹਨੂੰ ਨਿਕਲ ਜਾਂਦਾ ਮਨ ਕਦੇ ਇਹਨੂੰ ਨਿਕਲ ਜਾਂਦਾ ਤਪ ਕਰਦਾ ਤਾਂ ਸਰੀਰ ਤੇ ਕਰ ਦਿੰਦਾ ਸਰੀਰ ਵਰਮੀ ਗਾਲ ਸਾਪ ਨਹੀਂ ਬੂਆ ਸੱਪ ਵੱਜ ਜਾਂਦਾ ਫਿਰ ਵੀ ਨੂੰ ਕੁੱਟੀ ਜਾਂਦੇ ਨੇ ਮਤ ਕੋਈ ਮਨ ਮਿਲਦਾ ਬਿਲਮਾਵੇ ਜਦ ਮਨ ਮਿਲਣ ਲੱਗਦਾ ਨਾ ਸੰਸਾਰ ਚ ਬਹੁਤ ਹੈ ਉਹਦਾ ਨੂੰ ਬਸ ਮਨ ਮਿਲਣ ਲੱਗਦਾ ਪਤਾ ਲੱਗ ਜਾਂਦਾ ਬਾਣੀ ਨੂੰ ਮੰਨਣਾ ਮਨ ਦਾ ਮਿਲਣਾ ਇੱਕੋ ਗੱਲ ਹੈ ਜਿੱਦਣ ਬਾਣੀ ਨੂੰ ਮੰਨਣ ਦਾ ਫੈਸਲਾ ਕਰ ਲਿਆ ਪੱਕਾ ਉਹ ਮੌਤ ਦੇ ਬਰਾਬਰ ਹੈ ਸਮਝ ਲਓ ਸਰੀਰ ਛੱਡਤਾ ਸੰਸਾਰ ਛੱਡਤਾ ਰਬਾਣੀ ਬਣ ਲਈ ਇਹਦੇ ਬਰਾਬਰ ਹੈ ਇਹ ਤੋਂ ਘੱਟ ਨਹੀਂ ਹੈ ਬਿਲਕੁਲ ਇੱਕ ਗੱਲ ਹੈ ਇਹ ਪਤਾ ਲੱਗੂ ਜਦ ਮੌਤ ਆਊ ਜਦ ਵੀ ਬਰਾਬਰ ਹੈ ਜਦੋਂ ਫੈਸਲਾ ਕਰਨਾ ਨਾ ਬਾਣੀ ਨੂੰ ਮੰਨਣ ਦਾ 100% 20 ਵਿਸਵੇ ਉਹ ਘੜੀ ਮੌਤ ਦੇ ਬਰਾਬਰ ਹੈ ਤਾਂ ਨਹੀਂ ਮਨ ਬਣਦਾ ਉਹ ਮਰਨ ਦੇ ਬਰਾਬਰ ਹੈ ਬਿਲਕੁਲ ਜਿਉਂਦੇ ਬਣਨਾ ਜਿਉਂਦੇ ਬਣਨਾ ਨਹੀਂ ਪੜਿਆ ਕਲੇਜੇ ਛੇਕ ਤਾਂ ਉੱਠ ਕੇ ਫੇਰ ਭੱਜ ਲਿਆ ਆਹੋ ਪਤਾ ਤਾਂ ਲੱਗ ਗਿਆ ਵੀ ਇਹ ਮੇਰਾ ਪਰ ਗਲਤ ਹੈ ਬੰਨਿਆ ਫੇਰ ਨਹੀਂ ਮਨ ਮਾਰੂਗਾ ਕਲੇਜੇ ਛੇਕ ਤਾਂ ਉਹਦੇ ਪੈ ਗਿਆ ਛੇਕ ਤਾਂ ਸਾਰਿਆਂ ਦੇ ਪਾਉਂਦੀ ਆ ਬਾਣੀ ਮੰਨਦੇ ਕਾਦਾ ਆਹੋ ਛੇਕ ਤਾਂ ਪਾਉਂਦੀ ਹੈ ਫਿਰ ਹੋ ਜਾ ਮਤ ਕੋਈ ਮਨ ਮਿਲਦਾ ਬਿਲਮਾਵੇ ਮਨ ਮੰਨ ਜਾਂਦਾ ਸਾਰਿਆਂ ਦਾ ਹੀ ਪਰ ਜਦ ਮੰਨ ਜਾਵੇ ਜਦੇ ਬੁਲਾ ਲਵੇ ਇਹਨੂੰ ਵਿਲੰਬ ਨਾ ਕਰੇ ਦੇਰ ਨਾ ਕਰੇ ਜੇ ਦੇਰ ਕਰਤੀ ਫਿਰ ਫੈਸਲਾ ਬਦਲ ਲੈਂਦਾ ਹੈ ਹਾਂ ਫਿਰ ਬਦਲ ਲੈਂਦਾ ਫੈਸਲਾ ਵਿਲੰਬ ਨਾ ਵਿਲੰਬ ਧਰਮ ਵਿਲੰਬ ਪਾਪਮ ਜੇ ਮਨ ਮਿਲਦਾ ਹੋਵੇ ਦੇਰ ਨਾ ਕਰੇ ਜੇ ਪਾਪ ਕਰਨ ਦੀ ਸਲਾਹ ਕਰਦਾ ਹੋਵੇ ਫਿਰ ਦੇਰ ਕਰ ਲਵੇ ਕਹਿੰਦੇ ਵੀ ਸੋਚ ਲਓ ਇੱਧਰ ਸੋਚਣ ਲੱਗ ਗਿਆ ਨਾ ਜੇ ਵੀ ਹਾਲੇ ਟਾਈਮ ਨਹੀਂ ਠੀਕ ਹੈਗਾ ਬਥੇਰਾ ਟਾਈਮ ਪਿਆ ਅਜੋ ਬੁੱਢੇ ਦਾ ਵਿਆਹ ਹੈ ਆ ਉਹ ਹੈ ਫਲਾਨਾ ਕਰਨਾ ਟਿਮਕਾ ਕਰਨਾ ਫਿਰ ਗਈ ਗੱਲ ਫਿਰ ਨਹੀਂ ਹੋਣਾ ਬਸ ਫਿਰ ਹੋਣਾ ਹੀ ਨਹੀਂ ਫਿਰ ਨਹੀਂ ਹੋਣਾ ਮਤ ਕੋਈ ਮਨ ਮਿਲਦਾ ਦੇਖੋ ਤਜਰਬੇ ਜੋ ਗੱਲ ਕਹਿ ਰਿਹਾ ਹੈ ਕਬੀਰ ਬਿਲਮਾਵੇ ਬਿਲੰਬ ਨਾ ਕਰੇ ਦੇਰ ਨਾ ਕਰੇ ਮਤ ਕੋਈ ਮਨ ਮਿਲਤਾ